ਇਹਨੂੰ ਟੌਪਿਕ ਦੇ ਵਿੱਚ ਆਪਣੇ ਗਰੋਥ ਐਂਡ ਡਿਵੈਲਪਮੈਂਟ ਹੈ। ਇਹਨੂੰ ਮੈਂ ਦੁਬਾਰਾ ਰਿਪੀਟ ਕਰ ਰਿਹਾ ਤਾਂ ਜੋ ਰਿਕਾਰਡ ਹੋ ਜਾਏ, ਤੁਹਾਨੂੰ ਮਿਲ ਜੇ। ਠੀਕ ਹੈ, ਜਿਹੜਾ ਵੀ ਟੌਪਿਕ ਤੁਹਾਡਾ ਅਗਲਾ ਹੋਏਗਾ ਤੁਸੀਂ ਮੈਸੇਜ ਕਰਨਾ ਮੈਨੂੰ, ਮੈਂ ਤੁਹਾਨੂੰ ਉਹ ਤੋਂ ਕਲੀਅਰ ਕਰ ਦੂੰ। ਫਿਜ਼ੀਕਲ ਡਿਵੈਲਪਮੈਂਟ ਹੈ ਜਿਹੜੀ, ਬੱਚੇ ਦਾ ਸਭ ਤੋਂ ਜ਼ਿਆਦਾ ਸਰੀਰਕ ਵਿਕਾਸ ਹੋਏਗਾ ਜੀ ਸ਼ਿਸ਼ੂ ਕਾਲ ਦੇ ਵਿੱਚ। ਤੇ ਸ਼ਿਸ਼ੂ ਕਾਲ ਦਾ ਪੀਰੀਅਡ ਤੁਹਾਨੂੰ ਸਾਰਿਆਂ ਨੂੰ ਪਤਾ 0 ਤੋਂ 2 ਸਾਲ ਦੀ ਅਵਸਥਾ ਹੁੰਦੀ ਹੈ। ਇਹਦੇ ਵਿੱਚ ਬੱਚੇ ਦਾ ਸਭ ਤੋਂ ਜ਼ਿਆਦਾ ਸਰੀਰਕ ਵਿਕਾਸ ਹੁੰਦਾ, ਜਿਵੇਂ ਸਰੀਰ ਵਿੱਚ ਵਾਧਾ, ਲੰਬਾਈ ਅਤੇ ਆਕਾਰ, ਭਾਰ ਵਿੱਚ ਵਾਧਾ ਜਿਹੜਾ ਹੋਣ ਲੱਗ ਪੈਂਦਾ। ਇਹੀ ਕੁਐਸਚਨ ਬਣੂਗਾ ਤੁਹਾਡਾ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਬੱਚੇ ਦਾ ਜਿਹੜਾ ਸਰੀਰਕ ਵਿਕਾਸ ਆ ਉਹ ਸਥਿਰ ਕਿਹੜੀ ਅਵਸਥਾ 'ਚ ਹੁੰਦਾ ਹੈ, ਇੱਕ ਸਟੇਬਲ ਹੋ ਜਾਂਦਾ ਇਹ ਵਿਕਾਸ, ਤਾਂ ਉਹ ਹੋਏਗਾ ਜੀ ਚਾਈਲਡਹੁੱਡ ਦੇ ਵਿੱਚ, ਜਿਹਨੂੰ ਅਸੀਂ ਕੀ ਬੋਲਦੇ ਆ, ਬਾਲ ਅਵਸਥਾ। ਇਹਦੇ ਵਿੱਚ ਸਥਿਰ ਹੋ ਜਾਂਦਾ। ਜੇ ਤੁਹਾਨੂੰ ਇਹ ਕੁਐਸਚਨ ਏਦਾਂ ਦਾ ਪੁੱਛ ਲਿਆ ਜਾਵੇ ਕਿ ਉਹ ਕਿਹੜੀ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਬੱਚੇ ਦਾ ਸਰੀਰਕ ਵਿਕਾਸ ਤਾਂ ਰੁਕ ਜਾਂਦਾ ਹੈ ਪਰ ਉਹਦਾ ਵਿਕਾਸ ਲਗਾਤਾਰ ਚੱਲਦਾ ਰਹਿੰਦਾ, ਕੰਟੀਨਿਊ, ਤਾਂ ਤੁਸੀਂ ਉਹਦਾ ਨਾਮ ਦਿਓਗੇ ਜੀ ਕਿਸ਼ੋਰ ਅਵਸਥਾ। ਇਹ ਤੁਹਾਡੇ ਕੁਐਸਚਨ ਦਾ ਆਨਸਰ ਬਣੂਗਾ। ਠੀਕ ਹੈ, ਆ ਆਪਣੇ ਕੋਲੇ ਸਰੀਰਕ ਵਿਕਾਸ ਦੀਆਂ ਟਾਈਪਸ ਹੋ ਜਾਣੀਆਂ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਇੰਪੋਰਟੈਂਟ ਹੈ ਜਿਹੜੀ ਬਹੁਤ ਵਾਰੀ ਐਗਜ਼ਾਮ 'ਚ ਪੁੱਛੀ ਗਈ ਹੈ, ਉਹਦੇ ਬਾਰੇ ਦੱਸਦਾ ਤੁਹਾਨੂੰ। ਉਹ 2 ਟਾਈਪਸ ਬਣ ਜਾਂਦੀਆਂ ਸਰੀਰਕ ਵਿਕਾਸ ਦੀਆਂ। ਠੀਕ, ਇੱਕ ਹੁੰਦਾ ਜੀ ਸੈਫੈਲੋਕੋਡਲ, ਜਿਹਨੂੰ ਸੈਫਲਾਗਡਿਊਲ ਜਾਂ ਸਫੈਲੋਕੋਡਲ ਕਹਿ ਦਿੰਦੇ ਆ। ਇਹ ਕੁਐਸਚਨ ਬਹੁਤ ਵਾਰੀ ਆਇਆ, ਪੰਜਾਬੀ ਦੇ ਵਿੱਚ ਲਿਖਿਆ ਹੁੰਦਾ ਜੀ ਸਿਰ ਪਾਦਮੁਖੀ ਸਿਧਾਂਤ। ਇਹ ਵੀ ਫਿਜ਼ੀਕਲ ਡਿਵੈਲਪਮੈਂਟ ਦਾ ਪਾਰਟ ਹੈ ਜੀ। ਇਹ ਫਿਜ਼ੀਕਲ ਡਿਵੈਲਪਮੈਂਟ ਦੇ ਵਿੱਚ ਆਉਂਦੇ ਦੋਵੇਂ ਐਸਪੈਕਟਸ। ਓਕੇ, ਸਿਰ ਪਾਦਮੁਖੀ ਸਿਧਾਂਤ ਜਾਂ ਲਿਖਿਆ ਹੋਵੇ ਸਿਰ ਤੋਂ ਪੈਰ ਦਾ ਵਿਕਾਸ। ਇਹ ਕੁਐਸਚਨ ਦੋ ਤਿੰਨ ਤਰੀਕਿਆਂ ਨਾਲ ਪੁੱਛਿਆ ਜਾ ਸਕਦਾ। ਜਾਂ ਤੁਹਾਨੂੰ ਪੁੱਛਣਗੇ ਸਫੈਲੋਕੋਡਲ ਦਾ ਮੀਨਿੰਗ ਦੱਸੋ। ਠੀਕ ਹੈ ਜੀ, ਤੁਹਾਡੇ ਆਨਸਰ। ਇਹਨੂੰ ਸਿਰ ਪਾਦਮੁਖੀ ਸਿਧਾਂਤ ਕਹਿੰਦੇ ਜਾਂ ਸਿਰ ਤੋਂ ਪੈਰ। ਉਹ ਕਿਹੜਾ ਵਿਕਾਸ ਹੁੰਦਾ ਹੈ ਜਿਹੜਾ ਸਿਰ ਤੋਂ ਲੈ ਕੇ ਪੈਰ ਤੱਕ ਚੱਲਦਾ ਹੈ, ਸਫੈਲੋਕੋਡਲ ਹੋਏਗਾ ਜੀ। ਹੈਡ ਟੂ ਟੋਏ ਲਿਖਿਆ ਹੁੰਦਾ ਹੈ, ਜਾਂ ਤਾਂ ਹੈਡ ਟੂ ਟੋਏ ਲਿਖਿਆ ਹੁੰਦਾ ਜਾਂ ਹੈਡ ਟੂ ਫੁੱਟ ਲਿਖਿਆ ਹੁੰਦਾ। ਕਈ ਵਾਰ ਲਿਖਿਆ ਹੁੰਦਾ ਸਿਰ ਤੋਂ ਲੈ ਕੇ ਪੈਰ ਦੀ ਉਂਗਲ ਤੱਕ ਦਾ ਵਿਕਾਸ। ਸਾਡਾ ਜਿਹੜਾ ਇਹ ਵਿਕਾਸ ਹੈ ਇਹ ਇਸ ਜਗ੍ਹਾ ਤੋਂ ਲੈ ਕੇ ਇਸ ਜਗ੍ਹਾ ਵੱਲ ਹੁੰਦਾ ਜੀ, ਉੱਪਰ ਤੋਂ ਥੱਲੇ ਨੂੰ ਹੁੰਦਾ ਜੀ। ਠੀਕ ਹੈ, ਇਹਨੂੰ ਆਹ ਨਾਮ ਦਿੱਤਾ ਜਾਂਦਾ। ਤੇ ਇਹ ਜਿਹੜਾ ਸਿਧਾਂਤ ਹੈ ਸਫੈਲੋਕੋਡਲ ਕਿਸ ਤਰ੍ਹਾਂ ਦੇ ਵਿਕਾਸ ਦਾ ਹਿੱਸਾ ਹੈ, ਤਾਂ ਤੁਸੀਂ ਆਨਸਰ ਦੇ ਸਕਦੇ ਹੋ ਸਰੀਰਕ ਵਿਕਾਸ। ਇਹ ਸਰੀਰਕ ਵਿਕਾਸ ਦਾ ਹਿੱਸਾ ਹੈ। ਓਕੇ, ਉਮੀਦ ਆ ਵੀ ਕਲੀਅਰ ਹੋਊਗਾ। ਅੱਗੇ ਦੱਸਦਾ ਤੁਹਾਨੂੰ ਨੈਕਸਟ ਕੀ ਇਹਦੇ ਵਿੱਚ। ਉਸ ਤੋਂ ਬਾਅਦ ਇੱਕ ਵਿਕਾਸ ਇਹ ਆਉਂਦਾ ਹੁੰਦਾ ਜਿਹੜਾ ਰੀੜ੍ਹ ਦੀ ਹੱਡੀ ਦਾ ਵਿਕਾਸ ਹੁੰਦਾ, ਉਹਨੂੰ ਬੋਲਦੇ ਆ ਪ੍ਰੋਕਸੀਮੋਡਿਸਟਲ। ਪ੍ਰੋਕਸੀਮੋਡਿਸਟਲ ਕਿਸ ਤਰ੍ਹਾਂ ਦਾ ਵਿਕਾਸ ਹੈ? ਇਹ ਹੁੰਦਾ ਤੁਹਾਡਾ ਇਨਰ ਟੂ ਆਊਟਰ, ਜਾਂ ਤਾਂ ਇਨਰ ਟੂ ਆਊਟਰ ਵਰਡ ਮਿਲੇਗਾ, ਜਾਂ ਇਨਰ ਟੂ ਜਾਂ ਸੈਂਟਰ ਟੂ ਪੈਰੀਫੇਰਲ। ਠੀਕ ਹੈ, ਜਿਹਨੂੰ ਅਸੀਂ ਕਹਿ ਦਿੰਦੇ ਆ ਅੰਦਰੂਨੀ ਤੋਂ ਬਾਹਰ ਦੀ ਅਵਸਥਾ ਦਾ ਵਿਕਾਸ। ਠੀਕ ਹੈ, ਇਸ ਤੋਂ ਇਲਾਵਾ ਇਹਦਾ ਹੋਰ ਕੀ ਨਾਮ ਹੈ? ਇਹਨੂੰ ਬੋਲਦੇ ਸਪਾਈਨਲ ਕਾਰਡ। ਸਪਾਈਨਲ ਕਾਰਡ ਡਿਵੈਲਪਮੈਂਟ ਜਿਹਨੂੰ ਬੋਲਦੇ ਆ ਜੀ ਰੀੜ੍ਹ ਦੀ ਹੱਡੀ ਦਾ ਵਿਕਾਸ। ਓਕੇ, ਇਹ ਦੋਨੋਂ ਜਿਹੜੇ ਹੈਗੀਆਂ ਚੀਜ਼ਾਂ ਇਹ ਤੁਹਾਡੇ ਫਿਜ਼ੀਕਲ ਡਿਵੈਲਪਮੈਂਟ ਦੇ ਵਿੱਚ ਆਉਣਗੀਆਂ। ਪ੍ਰੋਕਸੀਮੋਡਿਸਟਲ ਦਾ ਮੀਨਿੰਗ ਪੁੱਛ ਲੈਣ, ਇਨਰ ਟੂ ਆਊਟਰ ਬਣ ਜਾਏਗਾ, ਜਾਂ ਸੈਂਟਰ ਟੂ ਪੈਰੀਫੇਰਲ ਬਣ ਜਾਏਗਾ, ਜਾਂ ਅੰਦਰੂਨੀ ਤੋਂ ਬਾਹਰੀ ਅਵਸਥਾ ਬਣ ਜਾਏਗੀ, ਜਾਂ ਉਹਨੂੰ ਕਹਿ ਦਿੰਦੇ ਆ ਉਹ ਕਿਹੜਾ ਵਿਕਾਸ ਹੁੰਦਾ ਹੈ, ਜਾਂ ਰੀੜ੍ਹ ਦੀ ਹੱਡੀ ਦੇ ਵਿਕਾਸ ਨੂੰ ਕੀ ਨਾਮ ਦਿੰਦੇ ਆ ਦੇ ਸਕਦੇ ਆ। ਠੀਕ ਹੈ, ਜੇ ਪੁੱਛ ਲਿਆ ਜਾਵੇ ਪ੍ਰੋਕਸੀਮੋਡਿਸਟਲ ਕੀ ਹੈ, ਇਹਨਾਂ ਤੋਂ ਇਲਾਵਾ ਕੋਈ ਵੀ ਚੀਜ਼ ਤੁਹਾਨੂੰ ਆਪਸ਼ਨ 'ਚ ਮਿਲ ਸਕਦੀ ਹੈ। ਠੀਕ ਹੈ, ਜਾਂ ਇਹ ਲਿਖਿਆ ਹੋ ਸਕਦਾ ਵੀ ਜਿਹੜਾ ਵਿਕਾਸ ਅੰਦਰ ਤੋਂ ਲੈ ਕੇ ਜਾਂ ਕੇਂਦਰ ਤੋਂ ਬਾਹਰ ਵੱਲ, ਇਹ ਵੀ ਵਰਡਿੰਗ ਪੰਜਾਬੀ 'ਚ ਪਈ ਹੁੰਦੀ ਕਈ ਵਾਰੀ, ਕੇਂਦਰ ਤੋਂ ਬਾਹਰ ਵੱਲ। ਇਹ ਸਾਰਾ ਕੀ ਹੋਊਗਾ ਜੀ? ਪ੍ਰੋਕਸੀਮੋਡਿਸਟਲ ਕਹਾਂਗੇ। ਹਾਂਜੀ, ਕਲੀਅਰ ਹੋ ਗਿਆ ਨਾ ਸਾਰਿਆਂ ਨੂੰ ਇੱਥੋਂ ਤੱਕ? ਦੱਸ ਦਿਓ ਮੈਨੂੰ ਇੱਧਰ। ਠੀਕ ਹੈ, ਪ੍ਰੋਕਸੀਮੋਡਿਸਟਲ ਹੋ ਗਿਆ, ਸੈਫਲਾਗਡਿਊਲ ਹੋ ਗਿਆ। ਇਹ ਦੋਨੋਂ ਕਿਸ ਤਰ੍ਹਾਂ ਦੇ ਵਿਕਾਸ ਆ ਜੀ? ਤਾਂ ਤੁਸੀਂ ਕਿਹਦੇ ਵਿੱਚ ਰੱਖੋਗੇ? ਇਹਨਾਂ ਨੂੰ ਸਰੀਰਕ ਵਿਕਾਸ ਦੇ ਵਿੱਚ ਰੱਖੋਗੇ। ਇਹ ਦੋਵੇਂ ਤਰ੍ਹਾਂ ਦੇ ਸਰੀਰਕ ਵਿਕਾਸ ਹੈ ਜੀ। ਓਕੇ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਆਪਾਂ ਸੈਕੰਡ ਦੀ ਗੱਲ ਕਰਦੇ ਹਾਂ। ਜਿਹੜਾ ਗਰੋਥ ਐਂਡ ਡਿਵੈਲਪਮੈਂਟ ਹੈ ਸੈਕੰਡ ਟਾਈਪ ਹੈ ਨਾ, ਉਹ ਵੀ ਬਹੁਤ ਇੰਪੋਰਟੈਂਟ ਹੈ। ਕੁਐਸਚਨ ਏਦਾਂ ਬਣਦਾ ਹੈ ਕਿ ਬੱਚੇ ਦਾ ਜਿਹੜਾ ਮੈਂਟਲ ਡਿਵੈਲਪਮੈਂਟ ਹੈ
ਮਾਨਸਿਕ ਵਿਕਾਸ ਜਾਂ ਮੈਂਟਲ ਵਿਕਾਸ ਜਾਂ ਮੈਂਟਲ ਡਿਵੈਲਪਮੈਂਟ ਕਿਸ ਅਵਸਥਾ ਵਿੱਚ ਹੁੰਦਾ ਹੈ? ਤਾਂ ਤੁਹਾਡਾ ਆਨਸਰ ਹੋਵੇਗਾ ਕਿਸ਼ੋਰ ਅਵਸਥਾ। ਕਿਉਂਕਿ ਜਿਹੜੀ ਕਿਸ਼ੋਰ ਅਵਸਥਾ ਹੁੰਦੀ ਹੈ, ਦੇਖੋ ਬੱਚੇ ਦਾ ਮਾਨਸਿਕ ਵਿਕਾਸ ਤਾਂ ਵੈਸੇ ਇਨਫੈਂਸੀ ਪੀਰੀਅਡ ਤੋਂ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ, ਉਹਨਾਂ ਦਾ ਸੋਚਣਾ ਸ਼ੁਰੂ ਕਰ ਦਿੰਦਾ ਉਹਨਾਂ ਬਾਰੇ। ਪਰ ਜਿੱਥੇ ਜਾ ਕੇ ਉਹਦਾ ਵਿਕਾਸ ਪ੍ਰੋਪਰ ਹੁੰਦਾ ਨਾ ਮਾਨਸਿਕ, ਉਹ ਕਿਸ਼ੋਰ ਅਵਸਥਾ ਹੁੰਦੀ ਹੈ। ਤੁਹਾਡੇ ਕੋਲ ਇਕੱਲਾ ਕਿਸ਼ੋਰ ਅਵਸਥਾ ਦਾ ਪੀਰੀਅਡ ਹੀ ਲਿਖਿਆ ਹੋਊਗਾ ਇਹਦੇ ਵਿੱਚ। ਕਿਸ਼ੋਰ ਅਵਸਥਾ 'ਚ ਕੀ ਹੁੰਦਾ ਜੀ? ਉਹਦੇ ਵਿੱਚ ਬੱਚੇ ਦੀ ਥਿੰਕਿੰਗ, ਬੱਚਾ ਰੀਜ਼ਨਿੰਗ, ਠੀਕ ਹੈ, ਪ੍ਰੋਬਲਮ ਸੋਲਵਰ, ਠੀਕ ਹੈ, ਇਹ ਸਾਰੀਆਂ ਚਿੰਤਨ ਹੋ ਗਿਆ, ਤਰਕ ਹੋ ਗਿਆ, ਸਮੱਸਿਆ ਹੱਲ ਕਰਨ ਦੀ ਯੋਗਤਾ ਜਿਹੜੀ ਰੱਖਦਾ ਹੈ, ਉਹ ਬੱਚਾ ਕਿਸ਼ੋਰ ਅਵਸਥਾ ਦੇ ਵਿੱਚ ਆ ਕੇ ਵਧੀਆ ਸਿੱਖਦਾ ਜੀ। ਤਾਂ ਸਾਡੇ ਕੁਐਸਚਨ ਦਾ ਆਨਸਰ ਇਹ ਬਣ ਗਿਆ ਕਿ ਬੱਚੇ ਦਾ ਮਾਨਸਿਕ ਵਿਕਾਸ ਕਿਹੜੀ ਅਵਸਥਾ 'ਚ ਸਭ ਤੋਂ ਜ਼ਿਆਦਾ ਹੁੰਦਾ ਹੈ? ਤਾਂ ਕਿਸ਼ੋਰ ਅਵਸਥਾ। ਇਹ ਤੁਹਾਡੇ ਕੋਲ ਲਿਖੀ ਪਈ ਹੈ ਚੀਜ਼। ਓਕੇ, ਨੈਕਸਟ ਦੱਸੋ, ਮੈਸੇਜ ਕਰ ਦਿਓ ਥੱਲੇ। ਈਵਨ ਜੇ ਕੁਝ ਪੁੱਛਣਾ ਵੀ ਹੋਇਆ ਤਾਂ ਵੀ ਮੈਸੇਜ ਕਰ ਦਿਓ ਥੱਲੇ, ਮੈਂ ਦੇਖ ਰਿਹਾ ਨਾਲ ਦੀ ਨਾਲ। ਓਕੇ, ਨੈਕਸਟ ਦੱਸੋ ਵੀ ਨੈਕਸਟ ਕੀ ਸਟੈਪ ਹੈਗਾ ਤੁਹਾਡੇ ਕੋਲੇ, ਉਹਦੇ ਬਾਰੇ ਗੱਲ ਕਰਦੇ ਹਾਂ। ਉਹਨਾਂ ਚੋਂ ਮੇਨ ਮੈਂ ਤੁਹਾਨੂੰ ਦੱਸ ਦਿੰਦਾ। ਸੋਸ਼ਲ ਡਿਵੈਲਪਮੈਂਟ, ਸੋਸ਼ਲ ਐਬਿਲਿਟੀ, ਠੀਕ ਹੈ ਜੀ। ਹੁਣ ਦੇਖੋ ਸੋਸ਼ਲ ਐਬਿਲਿਟੀ ਦੀ ਗੱਲ ਆ ਗਈ ਤਾਂ ਤੁਸੀਂ ਇੱਕ ਕੁਐਸਚਨ ਇੱਥੇ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਸੋਸ਼ਲ ਐਬਿਲਿਟੀ ਦੀ ਸਭ ਤੋਂ ਜ਼ਿਆਦਾ ਗੱਲ ਕਿਹੜੇ ਮਨੋਵਿਗਿਆਨੀ ਦੁਆਰਾ ਕੀਤੀ ਗਈ ਹੈ? ਤਾਂ ਉਹ ਵਾਈਗੋਸਕੀ ਨੇ ਕੀਤੀ ਹੈ ਜੀ। ਕਿਉਂਕਿ ਬੱਚੇ ਨੂੰ ਸਮਾਜਿਕ ਤਰੀਕੇ ਦੇ ਨਾਲ ਜਿਹੜੀ ਭਾਸ਼ਾ ਸਿਖਾਉਣ ਤੇ ਜ਼ੋਰ ਦਿੱਤਾ ਉਹ ਵਾਈਗੋਸਕੀ ਨੇ ਦਿੱਤਾ ਹੈ, ਠੀਕ ਹੈ। ਵਾਈਗੋਸਕੀ ਦਾ ਸਿਧਾਂਤ ਹੈ ਜਿਹੜਾ ਡਿਵੈਲਪਮੈਂਟ ਦੇ ਵਿੱਚ ਸੋਸ਼ਲ ਅਵਸਥਾ ਦੇ ਉੱਪਰ ਕੰਮ ਕਰਦਾ, ਸੋਸ਼ਲ ਕਲਚਰ ਕਹਿੰਦੇ। ਇੱਥੇ ਤੁਹਾਡੇ ਕੋਲ 3 ਅਵਸਥਾਵਾਂ ਬਣ ਗਈਆਂ ਜੀ। ਇਨਫੈਂਸੀ ਹੋ ਗਿਆ, ਚਾਈਲਡਹੁੱਡ ਹੋ ਗਿਆ ਤੇ ਐਡੋਲੈਸੈਂਸ। ਇਹ ਤਿੰਨੇ ਅਵਸਥਾ ਹੈ। ਤੁਹਾਨੂੰ ਕੁਐਸਚਨ ਇਹ ਬਣ ਸਕਦਾ ਹੈ ਕਿ ਬੱਚੇ ਦਾ ਪਹਿਲਾ ਸਮਾਜ ਕਿਹੜੀ ਅਵਸਥਾ 'ਚ ਹੁੰਦਾ ਹੈ? ਇਨਫੈਂਸੀ ਦੇ ਵਿੱਚ ਹੁੰਦਾ ਹੈ। ਤੇ ਬੱਚੇ ਦਾ ਜਿਹੜਾ ਪਹਿਲਾ ਸਮਾਜ ਉਹਦਾ ਘਰ ਹੁੰਦਾ ਜੀ। ਬੱਚੇ ਦਾ ਸਭ ਤੋਂ ਪਹਿਲਾ ਸਮਾਜ ਦਾ ਵਿਕਾਸ ਕਿੱਥੇ ਸ਼ੁਰੂ ਹੁੰਦਾ? ਉਹਦੇ ਘਰ ਤੋਂ। ਜਿੱਥੇ ਉਸ ਘਰ ਦੇ ਵਿੱਚ ਉਹਦਾ ਜਿਹੜਾ ਪਹਿਲਾ ਅਧਿਆਪਕ ਬਣਦੀ ਆ ਉਹਦੀ ਉਹ ਮਾਂ ਹੁੰਦੀ ਹੈ ਜੀ ਬੱਚੇ ਦੀ। ਤਾਂ ਬੱਚਾ ਸਭ ਤੋਂ ਜ਼ਿਆਦਾ ਸਮਾਜ ਬਾਰੇ ਕਿਹੜੀ ਅਵਸਥਾ 'ਚ ਸਿੱਖਦਾ? ਪਹਿਲੀ ਅਵਸਥਾ ਦੇ ਵਿੱਚ, ਜਿੱਥੇ ਬੱਚੇ ਦੇ ਵਿੱਚ ਬੱਚੇ ਦਾ ਘਰ ਕੀ ਹੋਊਗਾ? ਸਮਾਜ। ਕਿਹੜੀ ਅਵਸਥਾ 'ਚ? ਇਨਫੈਂਸੀ 'ਚ। ਉੱਥੇ ਉਹਦੀ ਪਹਿਲੀ ਅਧਿਆਪਕ ਦਾ ਰੋਲ ਕੌਣ ਅਦਾ ਕਰੇਗੀ? ਉਹਦੀ ਮਾਂ ਕਰੇਗੀ, ਠੀਕ ਹੈ ਜੀ। ਹਾਂਜੀ, ਫੈਮਿਲੀ, ਬਿਲਕੁਲ। ਤੇ ਚਾਈਲਡਹੁੱਡ ਦੇ ਵਿੱਚ ਕੀ ਹੈ ਜੀ? ਚਾਈਲਡਹੁੱਡ ਦੇ ਵਿੱਚ ਬੱਚੇ ਦੇ ਵਿੱਚ ਸਹਿਣਸ਼ੀਲਤਾ ਸੰਬੰਧੀ ਜਾਂ ਭਾਗੀਦਾਰੀ ਸੰਬੰਧੀ ਜਾਂ ਸਹਿਯੋਗ ਸੰਬੰਧੀ ਜਿਹੜੇ ਸ਼ਬਦ ਆਉਂਦੇ ਆ, ਇਹ ਬੱਚੇ ਦੇ ਵਿੱਚ ਕਿੱਥੇ ਪੈਦਾ ਹੁੰਦੇ ਆ ਜੀ? ਕੰਪੀਟੈਂਸੀ ਹੋ ਗਿਆ, ਕੋਆਪਰੇਸ਼ਨ ਹੋ ਗਈ। ਤਾਂ ਇਹਦਾ ਮਤਲਬ ਜਿਹੜੀ ਇਹ ਚੀਜ਼ਾਂ ਬੱਚਾ ਜਾ ਕੇ ਸਿੱਖਦਾ ਹੈ ਤਾਂ ਦੂਸਰਾ ਸਮਾਜ ਬੱਚੇ ਦਾ ਕੀ ਬਣੂਗਾ? ਸਕੂਲ ਬਣੇਗਾ ਜੀ। ਤਾਂ ਬੱਚਾ ਸਕੂਲ ਦੇ ਵਿੱਚ ਜਾ ਕੇ ਬੱਚੇ ਦਾ ਜਿਹੜਾ ਦੂਸਰਾ ਸਮਾਜ ਬਣਦਾ ਨਾ, ਪਹਿਲਾ ਸਮਾਜ ਉਹਦਾ ਘਰ ਹੋ ਜਾਏਗਾ ਤੇ ਦੂਸਰਾ ਸਮਾਜ ਕੀ ਉਹਦਾ ਹੋ ਜਾਏਗਾ? ਸਕੂਲ ਹੋ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਬਾਅਦ ਵਾਲਾ ਸਮਾਜ ਬਣੂਗਾ ਜੀ ਉਹਦਾ ਕਿਸ਼ੋਰ ਅਵਸਥਾ, ਜਦੋਂ ਪ੍ਰੋਪਰ ਹੀ ਸਮਾਜ ਦੇ ਵਿੱਚ ਨਿਕਲ ਗਿਆ, ਜਿੱਥੇ ਸਮਾਜ ਦੇ ਨਾਲ ਇੰਟਰੈਕਸ਼ਨ ਕਰਨੀ ਸ਼ੁਰੂ ਕਰ ਦਊਗਾ, ਤਾਂ ਉਹ ਸਾਡਾ ਸਮਾਜ ਹੀ ਹੋਊਗਾ ਜਿੱਥੇ ਸਾਰੀਆਂ ਚੀਜ਼ਾਂ ਉਹਨੂੰ ਮਿਲਣਗੀਆਂ, ਠੀਕ ਹੈ। ਤੁਸੀਂ ਇਹ ਯਾਦ ਰੱਖ ਸਕਦੇ ਹੋ, ਆਹ ਕੁਐਸਚਨ ਇੰਪੋਰਟੈਂਟ ਹੈ ਇਨਫੈਂਸੀ ਵਾਲਾ ਤੁਹਾਡੇ ਲਈ, ਕਿ ਬੱਚੇ ਦਾ ਜਿਹੜਾ ਪਹਿਲਾ ਸਮਾਜ ਆ ਉਹ ਕਿੱਥੇ ਹੁੰਦਾ ਜੀ? ਕਿਹੜੀ ਅਵਸਥਾ 'ਚ ਹੁੰਦਾ? ਉਹਦਾ ਪਹਿਲਾ ਸਮਾਜ ਉਹਦਾ ਘਰ ਹੁੰਦਾ, ਉੱਥੇ ਉਹਦੀ ਅਧਿਆਪਕ ਦਾ ਰੋਲ ਕੌਣ ਅਦਾ ਕਰਦਾ? ਉਹਦੀ ਮਦਰ ਦੁਆਰਾ ਕੀਤਾ ਜਾਂਦਾ। ਓਕੇ, ਨੈਕਸਟ ਚੱਲਦੇ ਹਾਂ ਜੀ। ਨੈਕਸਟ ਪਲੀਜ਼। ਦੇਖੋ ਚੀਜ਼ ਨਾ ਦਿੱਤੀ ਹੋਈ ਆ ਤੁਹਾਡੇ ਇਹਦੇ ਵਿੱਚ ਸਾਰੀ, ਮੈਂ ਤੁਹਾਨੂੰ ਉਹਦਾ ਕਨਸੈਪਟ ਹੀ ਦੱਸਣਾ ਵੀ ਉਹਦੇ ਚੋਂ ਕਿਹੜੀ ਤੁਸੀਂ ਕਿਵੇਂ ਸਟੱਡੀ ਕਰਨੀ ਆ, ਜਾਂ ਮੇਨ ਕਿਹੜੇ ਕਈਆਂ ਦੇ ਤਿੰਨੋਂ ਪੀਰੀਅਡ ਦਿੱਤੇ ਹੋਏ ਆ। ਇਨਫੈਂਸੀ, ਫੈਮਿਲੀ ਸਰ ਇੱਥੇ ਜੀਨ ਪੈਜੇ ਤੇਰੀ ਵੀ ਕੰਮ ਕਰ ਰਹੀ ਆ, ਕਿਉਰਿਓਸਿਟੀ ਜ਼ਰੂਰ ਕਰੂਗੀ ਜੀ। ਜੀਨ ਪੈਜੇ ਨੇ ਛੱਡਣਾ ਨਹੀਂ ਖਹਿੜਾ ਤੁਹਾਡਾ ਸਾਰਿਆਂ ਨਾਲ। ਹੁਣ ਵੀ ਸ਼ਾਮ ਵਾਲੇ ਨੂੰ ਜੀਨ ਪੈਜੇ ਮੰਗ ਕੇ ਕਰਾਇਆ ਉਹਨਾਂ ਨੇ ਵਿਚਾਰਿਆਂ ਨੇ। ਕਿਉਰਿਓਸਿਟੀ ਹੈ ਜਿਹੜਾ, ਜਗਿਆਸਾ ਕਹਿੰਦੇ ਜੀ ਇਹਨੂੰ। ਤੁਸੀਂ ਇਹ ਦੇਖੋ, ਜਗਿਆਸਾ ਜਿਹੜੀ ਤਾਂ ਸ਼ਿਸ਼ੂ ਕਾਲ ਦੀ ਅਵਸਥਾ ਜੀ, ਉੱਥੇ ਬੱਚੇ ਦੇ ਵਿੱਚ ਜਗਿਆਸਾ ਪੈਦਾ ਹੁੰਦੀ ਹੈ, ਠੀਕ ਹੈ। ਕਿਉਂ ਹੁੰਦੀ ਹੈ? ਕਿਉਂਕਿ ਬੱਚਾ ਉੱਥੇ ਜਾ ਕੇ ਕੀ ਕਰਦਾ ਹੈ? ਕਿਉਰਿਓਸਿਟੀ ਟੈਂਡੈਂਸੀ ਕਿ ਟ੍ਰੈਂਡੀ ਨੇ ਟੈਂਡੈਂਸੀ ਹੋਣਾ ਜੀ। ਹਾਂ, ਸ਼ਿਸ਼ੂ ਕਾਲ ਦੇ ਵਿੱਚ ਬੱਚੇ ਕੋਲੇ ਜਿਹੜੀਆਂ ਚੀਜ਼ਾਂ ਜੀ, ਉਹ ਖਿਡੌਣੇ ਆ ਜਿਹੜੇ,
ਉਹਨਾਂ ਨੂੰ ਤੋੜਦਾ ਹੈ, ਖੋਲਦਾ, ਮਰੋੜਦਾ, ਜੋ ਮਰਜ਼ੀ ਕਰਦਾ ਜੀ। ਜਿਗਿਆਸਾ ਜੀ ਉਹਦੇ ਵਿੱਚ ਸਿੱਖੂਗਾ। ਬੱਚਾ ਦੇ ਵਿੱਚ ਕਿਉਰਿਓਸਿਟੀ ਪੈਦਾ ਕਿੱਥੇ ਹੁੰਦੀ ਹੈ? ਕਿਹੜੀ ਅਵਸਥਾ ਹੈ, ਕਿਹੜਾ ਉਹ ਸਮਾਂ ਹੈ ਜਿੱਥੇ ਬੱਚਾ ਜਿਗਿਆਸਾ ਭਰਪੂਰ ਹੁੰਦਾ? ਤੁਸੀਂ ਕਹੋਗੇ ਸ਼ਿਸ਼ੂ ਕਾਲ। ਆਹ ਪਿਆ ਜੀ ਤੁਹਾਡੇ ਕੁਐਸਚਨ ਆਨਸਰ। ਠੀਕ ਹੈ। ਤੇ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਬੱਚੇ ਦੀ ਜਿਗਿਆਸਾ ਹੋਰ ਪ੍ਰਬਲ ਕਿੱਥੇ ਹੋ ਜਾਂਦੀ, ਤੇਜ਼ ਕਿੱਥੇ ਹੋ ਜਾਂਦੀ ਹੈ, ਉਹ ਚਾਈਲਡਹੁੱਡ ਚ ਹੈ ਜੀ। ਕਿਉਂਕਿ ਉੱਥੇ ਤੁਹਾਡੇ ਕੋਲ ਲਿਖਿਆ ਪਿਆ ਕਿ ਬੱਚਾ ਜਦੋਂ ਚਾਈਲਡਹੁੱਡ ਅਵਸਥਾ 'ਚ ਹੁੰਦਾ ਨਾ, ਕਿਉਂ, ਕਿਵੇਂ, ਕਿੱਥੇ ਦੇ ਪ੍ਰਸ਼ਨ, ਆਹ ਵਰਡਿੰਗ ਨੂੰ ਧਿਆਨ 'ਚ ਪੜ੍ਹ ਲਿਓ। ਕਈ ਵਾਰੀ ਨਾ ਆਈ ਮਿਲ ਜਾਂਦੀ ਹੁੰਦੀ ਹੈ, ਕਿਉਂ, ਕਿੱਥੇ, ਕਿਵੇਂ, ਕਾਹਤੋਂ, ਹਨਾ ਵੀ ਇਹ ਚੀਜ਼ਾਂ ਦੇ ਪ੍ਰਸ਼ਨ ਪੁੱਛਣੇ ਜਦੋਂ ਬੱਚਾ ਸ਼ੁਰੂ ਕਰੂਗਾ ਨਾ, ਤਾਂ ਉਹਨੂੰ ਇੱਕ ਜਿਗਿਆਸਾ। ਤੇ ਕਿਉਂ, ਕਿੱਥੇ, ਕਿਵੇਂ ਦੇ ਜਦੋਂ ਬੱਚਾ ਪ੍ਰਸ਼ਨ ਪੁੱਛਦਾ, ਉਹ ਬੱਚਾ ਹੁੰਦਾ ਜੀ ਚਾਈਲਡਹੁੱਡ ਦੇ ਵਿੱਚ। ਹਾਂਜੀ, ਲੱਗਿਆ ਪਤਾ? ਇਹਦਾ ਅਗਲਾ ਪੀਰੀਅਡ ਜੇ ਹੈਗਾ ਤਾਂ ਪੜ੍ਹ ਲਿਓ, ਨਹੀਂ ਤਾਂ ਵੈਸੇ ਲੋੜ ਨਹੀਂ ਹੈਗੀ। ਮੇਨ ਤੁਹਾਡੇ ਕੋਲੇ ਆ ਦੋ ਬਣ ਜਾਣਗੇ, ਸ਼ਿਸ਼ੂ ਕਾਲ ਤੇ ਚਾਈਲਡਹੁੱਡ ਦੇ ਵਿੱਚ। ਨੈਕਸਟ ਤੇ ਆ ਜਾਓ। ਇਮੋਸ਼ਨਲ ਐਕਸਪ੍ਰੈਸ਼ਨਸ, ਇਹ ਵੀ ਇੰਪੋਰਟੈਂਟ ਹੈ ਜੀ। ਇਮੋਸ਼ਨਲ ਐਕਸਪ੍ਰੈਸ਼ਨਸ, ਜਿਨ੍ਹਾਂ ਨੂੰ ਅਸੀਂ ਸੰਵੇਗ ਕਹਿੰਦੇ ਹਾਂ ਜੀ। ਹੁਣ ਬੱਚੇ ਦੇ ਸੰਵੇਗ ਕਿਹੜੇ ਹੁੰਦੇ ਆ ਜੀ? ਬੱਚੇ ਦੇ ਸੰਵੇਗ ਹੁੰਦੇ ਇਨਫੈਂਸੀ ਪੀਰੀਅਡ 'ਚ ਰੋਣਾ, ਹੱਸਣਾ, ਚਿਲਾਉਣਾ, ਡਰਨਾ। ਇਹ 0 ਤੋਂ ਲੈ ਕੇ 2 ਸਾਲ ਦੀ ਅਵਸਥਾ ਜਿਹੜੀ ਇਨਫੈਂਸੀ, ਉਹਦੇ 'ਚ ਹੁੰਦੇ ਆ। ਤੁਸੀਂ ਵੀ ਡਰਾਏ ਹੋਣਗੇ ਜਵਾਕ, ਹਨਾ? ਡਰਾਏ ਨਾ ਸਾਰੇ ਨੇ। ਰੋਂਦਾ ਵੀ ਬੱਚਾ, ਹੱਸਦਾ ਵੀ ਹੈ, ਹੱਥ ਪੈਰ ਵੀ ਮਾਰਦਾ, ਚਿਲਾਉਂਦਾ ਵੀ ਹੈ, ਡਰਦਾ ਵੀ ਹੈ। ਇਹ ਸੰਵੇਗ ਹੈ ਜੀ ਬੱਚੇ ਦੇ। ਠੀਕ ਹੈ। ਗੁੱਸਾ ਕਰਨਾ, ਇਹ ਸਾਰੇ ਬੱਚੇ ਦੇ ਸੰਵੇਗ ਹੈ। ਮਤਲਬ ਇਹ ਇਮੋਸ਼ਨਲ ਐਕਸਪ੍ਰੈਸ਼ਨ ਹੈ ਜਿਹੜੇ ਬੱਚੇ ਦਿਖਾਉਂਦਾ। ਤੇ ਇਹ ਸਭ ਤੋਂ ਜ਼ਿਆਦਾ ਕਿੱਥੇ ਪੈਦਾ ਹੁੰਦੇ ਆ? ਆਹ ਪਿਆ ਆਨਸਰ। ਇੱਕ ਬੱਚੇ ਦੇ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ, ਰੋਣਾ, ਹੱਸਣਾ, ਚਲਾਉਣਾ, ਡਰਨਾ, ਗੁੱਸਾ ਆਦਿ, ਉਹ ਕਿੱਥੇ ਪੈਦਾ ਹੁੰਦੀਆਂ? ਤੁਸੀਂ ਕਹੋਗੇ ਜੀ ਇਨਫੈਂਸੀ ਪੀਰੀਅਡ ਦੇ ਵਿੱਚ। ਜਾਂ ਇਹਨਾਂ ਚੀਜ਼ਾਂ ਨੂੰ ਕਿਹਾ ਕੀ ਜਾਂਦਾ ਹੈ? ਇਹ ਮਤਲਬ ਕਹਿ ਲਓ ਕਿ ਸੰਵੇਗ ਹੁੰਦੇ ਆ, ਜਾਂ ਬੱਚੇ ਦੀਆਂ ਇਮੋਸ਼ਨਲ ਐਕਸਪ੍ਰੈਸ਼ਨ ਹੁੰਦੀਆਂ ਜੀ। ਨਾਲ ਨਾਲ ਦੱਸੀ ਚੱਲਿਓ ਮੈਨੂੰ ਵੀ ਤੁਹਾਨੂੰ ਕਲੀਅਰ ਹੋ ਰਿਹਾ। ਠੀਕ ਹੈ, ਵਿੱਚ ਦੀ ਦੱਸਦਿਆ ਕਰੋ, ਪਤਾ ਲੱਗਦਾ ਰਹਿੰਦਾ। ਓਕੇ। ਹੁਣ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਇਹ ਸੰਵੇਗ ਆ ਜਿਹੜੇ ਸਥਿਰ ਕਿੱਥੇ ਹੋ ਜਾਂਦੇ ਆ? ਜਿੱਥੇ ਬੱਚੇ ਦੇ ਸੰਵੇਗਾਂ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਵੀ ਬੱਚਾ ਜਿਵੇਂ ਚਾਈਲਡਹੁੱਡ ਦੀ ਅਵਸਥਾ 'ਚ ਪਹੁੰਚਦਾ ਨਾ, ਉੱਥੇ ਘੱਟ ਡਰਨਾ, ਘੱਟ ਰੋਣਾ, ਘੱਟ ਚਿਲਾਉਣਾ, ਏਦਾਂ ਦੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਆ। ਦੇਖੋ ਇਸ ਜਗ੍ਹਾ ਦੇ ਵਿੱਚ ਬੱਚਾ ਜਦੋਂ 0 ਤੋਂ 2 ਸਾਲ ਦਾ ਨਾ, ਆਪ ਵੀ ਰਹੂਗਾ, ਹੱਸੂਗਾ, ਚਲਾਊਗਾ, ਆਪੇ ਡਰੂਗਾ ਜਾਂ ਤੁਸੀਂ ਡਰਾਓਗੇ, ਹਨਾ? ਬੱਚਾ ਕੋਈ ਚੀਜ਼ ਚੱਕ ਲੈ, ਮੁੜ ਕੇ ਕਹਿ ਦਿੰਦੇ ਵੀ ਆਹ ਫਲਾਨਾ ਲੈ ਗਿਆ ਬੰਦਾ। ਕਈਆਂ ਦੇ ਘਰੇ ਅਲੱਗ-ਅਲੱਗ ਨਾਮ ਹੁੰਦੇ ਆ, ਕਈਆਂ ਦੇ ਘਰੇ ਕੋਕੋ ਹੁੰਦੇ ਤੇ ਕਈਆਂ ਦੇ ਘਰੇ ਮਾਊ ਹੁੰਦਾ। ਹੁੰਦਾ ਕਿ ਨਹੀਂ ਹੁੰਦਾ? ਆਹ ਚੀਜ਼ਾਂ ਡਰਾਓਗੇ ਨਾ, ਉਹ ਬੱਚੇ ਦੇ ਸੰਵੇਗ ਹੁੰਦੇ ਆ ਜੀ। ਉੱਥੇ ਬੱਚੇ ਦੇ ਐਕਸਪ੍ਰੈਸ਼ਨ ਆਉਂਦੇ ਆ ਬਾਹਰ। ਤੇ ਜਿਹੜੀਆਂ ਚੀਜ਼ਾਂ ਬਾਰੇ ਉਹ ਇੱਥੇ ਕਰਦਾ ਕੰਮ, ਉਹ ਸਾਰੀਆਂ ਇੱਥੇ ਆ ਕੇ ਸਟੇਬਲ ਹੋ ਜਾਂਦੀਆਂ। ਬੱਚਾ ਘੱਟ ਡਰਨਾ, ਘੱਟ ਰੋਣਾ, ਘੱਟ ਚਲਾਉਣਾ ਤੇ ਘੱਟ ਗੁੱਸਾ ਕਰਨਾ ਕਰ ਦਿੰਦਾ ਸ਼ੁਰੂ। ਉਹ ਕਿਹੜੀ ਅਵਸਥਾ ਹੋਊਗੀ ਜੀ? ਬੱਚੇ ਦੇ ਸੰਵੇਗ ਘੱਟ ਕਿੱਥੇ ਹੋ ਜਾਂਦੇ ਆ? ਉਹ ਕਿਹੜੀ ਅਵਸਥਾ ਹੁੰਦੀ ਹੈ ਜੀ? ਉਹ ਹੁੰਦੀ ਹੈ ਚਾਈਲਡਹੁੱਡ। ਓਕੇ। ਤੇ ਜਦੋਂ ਆਹ ਸਭ ਤੋਂ ਖਤਰਨਾਕ ਪੀਰੀਅਡ ਹੈ, ਕਿਸ਼ੋਰ ਅਵਸਥਾ। ਕਿਉਂ ਖਤਰਨਾਕ ਹੈ ਜੀ? ਦੱਸ ਦਿਓ ਮੈਨੂੰ ਥੱਲੇ ਜੇ ਕਰਕੇ। ਕਿਸ਼ੋਰ ਅਵਸਥਾ, ਇਸ ਅਵਸਥਾ ਨੂੰ ਸੰਵੇਗ, ਇਸ ਅਵਸਥਾ ਦੇ ਵਿੱਚ ਇਨਫੈਂਸੀ ਪੀਰੀਅਡ ਦੀ ਪੁਨਰ ਆਵਿਰਤੀ ਹੁੰਦੀ ਹੈ ਜੀ। ਰੀਬਰਥ ਆਫ ਇਨਫੈਂਸੀ ਪੀਰੀਅਡ ਹੁੰਦਾ ਜੀ। ਸਮਾਈਲੀ, ਬੱਚੇ ਦੇ ਸੰਵੇਗ ਉਹਦੇ ਵਿੱਚ ਦੁਬਾਰਾ ਜਨਮ ਲੈ ਲੈਂਦੇ ਆ ਜੀ। ਕਿਹੜੀ ਅਵਸਥਾ 'ਚ ਲੈਂਦੇ ਆ ਜੀ? ਉਹ ਕਿਸ਼ੋਰ ਅਵਸਥਾ ਦੇ ਵਿੱਚ ਲੈਂਦੇ ਆ। ਇਹਨੂੰ ਪੁਨਰ ਆਵਿਰਤੀ ਕਹਿੰਦੇ ਆ। ਵੀ ਜਿਹੜਾ ਉਹ ਬੱਚਾ ਇਨਫੈਂਸੀ ਪੀਰੀਅਡ ਦੇ ਵਿੱਚ ਕੰਮ ਕਰਦਾ ਸੀ ਨਾ, ਉਹ ਸਾਰੇ ਸੰਵੇਗ ਇੱਥੇ ਜਨਮ ਲੈ ਲੈਂਦੇ ਦੁਬਾਰਾ। ਉਹ ਅਵਸਥਾ ਕਿਹੜੀ ਹੁੰਦੀ ਹੈ ਜੀ? ਕਿਸ਼ੋਰ ਅਵਸਥਾ ਹੁੰਦੀ ਹੈ। ਓਕੇ, ਕਲੀਅਰ ਹੋ ਗਿਆ?
रुपिंदर सिद्धू ब्रॉड, ठीक है जी। ओके, आ चीज इंपॉर्टेंट है जी। देखो आ वाला पोर्शन आ वाला बहुत इंपॉर्टेंट है, क्योंकि इतने ना जी एडोलेसेंस पीरियड है, इतने बच्चे ने दोबारा चीज करनी शुरू कर देनी है जी किशोर अवस्था दे विच, है ना। किसी दी यादां दे विच खोना, बंदा कल्ला बह के रोंदा जदों सैड सॉन्ग सुनदा ना, आ अवस्था हुंदी है। इत्थे आके जिहड़ी समीक है ना दोबारा जन्म ले लैंदे बंदे दी, ठीक है, ध्यान रखियो। सुखप्रीत नेक्स्ट आओ। विच वन नेक्स्ट? सेक्स टेंडेंसी। सर स्क्रीन नहीं आ रही, किनू नहीं आ रही स्क्रीन? वेट करो। नेक्स्ट हैगा सैक्स टेंडेंसी। ਇਹਦੇ ਨਾਲ ਜਿਹੜਾ ਸਾਈਕੋਲੋਜਿਸਟ ਜੁੜਿਆ ਸਿਗਮੰਡ ਫਰੂਡ ਹੈ ਜੀ, ਸਿਗਮੰਡ ਫਰੂਡ, ਇਹ ਅਸੀਂ ਪੜ੍ਹ ਚੁੱਕੇ ਹਾਂ। ਸੈਕਸ ਟੈਂਡੈਂਸੀ ਕੀ ਹੁੰਦੀ ਹੈ? ਕਿ ਕਾਮ ਪ੍ਰਵਿਰਤੀ ਹੁੰਦੀ ਹੈ ਬੱਚੇ ਦੇ ਵਿੱਚ। ਜਦੋਂ ਬੱਚਾ ਇਨਫੈਂਸੀ ਪੀਰੀਅਡ ਦੇ ਵਿੱਚ ਹੁੰਦਾ ਹੈ ਤਾਂ ਉਹਦੇ ਵਿੱਚ ਇੱਕ ਕਾਮ ਪ੍ਰਵਿਰਤੀ ਇਦਾਂ ਦੀ ਪੈਦਾ ਹੁੰਦੀ ਹੈ ਕਿ ਉਹ ਆਪਣੀ ਇਸ ਚੀਜ਼ ਨੂੰ ਪੂਰਾ ਕਰਨ ਦੇ ਲਈ ਆਪਣੀ ਮਾਂ ਕੋਲ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਮਦਰ ਫੀਡ ਵੱਧ ਤੋਂ ਵੱਧ ਲੈਂਦਾ ਜੀ। ਜਾਂ ਕੀ ਕਰੂਗਾ, ਜਾਂ ਤਾਂ ਮਦਰ ਫੀਡ ਦੇ ਨਾਲ ਉਹ ਆਪਣੀ ਕਾਮ ਪ੍ਰਵਿਰਤੀ ਨੂੰ ਸ਼ਾਂਤ ਕਰਦਾ, ਕਿਉਂਕਿ ਉਹਨੂੰ ਉਸ ਚੀਜ਼ 'ਚ ਆਨੰਦ ਆ ਰਿਹਾ ਹੁੰਦਾ। ਤੇ ਜਾਂ ਕੀ ਕਰਦਾ, ਹੱਥ ਪੈਰ ਦੇ ਅੰਗੂਠੇ ਨੂੰ ਚੂਸ ਕਰਕੇ ਉਹ ਆਪਣੀ ਆਹ ਚੀਜ਼ ਨੂੰ ਪੂਰਾ ਕਰਦਾ ਜੀ, ਇਹਦੀ ਕਾਮ ਪ੍ਰਵਿਰਤੀ ਨੂੰ ਪੂਰਾ ਕਰਦਾ, ਠੀਕ ਹੈ। ਇਹ ਇਨਫੈਂਸੀ ਪੀਰੀਅਡ ਦੇ ਵਿੱਚ ਵਾਪਰੂਗੀ ਜਦੋਂ ਬੱਚਾ ਹੱਥ ਪੈਰ ਦੇ ਅੰਗੂਠਿਆਂ ਨੂੰ ਚੂਸ ਕੇ ਆਨੰਦ ਦੀ ਪ੍ਰਾਪਤੀ ਕਰਦਾ, ਠੀਕ ਹੈ ਨਾ। ਕਲੀਅਰ ਹੋ ਰਿਹਾ ਨਾ? मैं पर्सन चेक कर रहे थे किहड़े किहड़े बैठे हैं। मोस्टली जान पछाण वाले बैठे, वैसे कोई होगा एक अद्धा बाहर का। चलो ਉਹਦੇ ਕੋਲ ਆਓ ਜੀ। ਉਸ ਤੋਂ ਬਾਅਦ ਜੇ ਤੁਹਾਨੂੰ ਚਾਈਲਡਹੁੱਡ, ਮੰਨ ਲਓ ਇੱਥੇ ਇੱਕ ਧਿਆਨ ਦਿਓ ਜੀ ਥੋੜਾ ਜਿਹਾ, ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਸਮਝਾਇਆ ਹੋਇਆ। ਜੇ ਮੰਨ ਲਓ ਚਾਈਲਡਹੁੱਡ ਅਵਸਥਾ ਦੀ ਗੱਲ ਕਰੂਗਾ ਨਾ, ਤੇ ਇਹਦੇ ਵਿੱਚ ਜਿਹੜਾ ਵਰਡ ਆਉਂਦਾ ਨਾ, ਸਿਗਮੰਡ ਫਰੂਡ ਦੁਆਰਾ ਸੈਕਸ ਟੈਂਡੈਂਸੀ ਦਾ ਦਿੱਤਾ ਸੀ, ਉਹ ਔਡੀਪਸ ਤੇ ਇਲੈਕਟਰਾ ਆਉਣਗੇ। ਆ ਦੋ ਵਰਡ ਆ ਨਾ ਜਿਹੜੇ ਚਾਈਲਡਹੁੱਡ। ਜੇ ਬਾਈ ਚਾਂਸ ਇਹ ਚਾਈਲਡਹੁੱਡ 'ਚ ਨਹੀਂ ਆਉਂਦੇ, ਉੱਥੇ ਚਾਈਲਡਹੁੱਡ ਅਵਸਥਾ ਨਹੀਂ ਆਉਂਦੀ, ਤਾਂ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਔਡੀਪਸ ਕਿੱਥੇ ਪੈਦਾ ਹੁੰਦਾ ਜਾਂ ਇਲੈਕਟਰਾ ਕਿਹੜੀ ਅਵਸਥਾ 'ਚ ਪੈਦਾ ਹੁੰਦਾ। ਜੇ ਤਾਂ ਆਪਸ਼ਨ 'ਚ ਚਾਈਲਡਹੁੱਡ ਹੈਗਾ ਤਾਂ ਆਨਸਰ ਤੁਸੀਂ ਇਹਨੂੰ ਦੇਣ ਦੀ ਕੋਸ਼ਿਸ਼ ਕਰੋ, ਨਹੀਂ ਫਿਰ ਇਹ ਚੀਜ਼ ਜਿਹੜੀ ਪੈਦਾ ਹੋਊਗੀ ਇਹ ਅਰਲੀ ਚਾਈਲਡਹੁੱਡ ਦਾ ਹਿੱਸਾ ਹੋਊਗੀ, ਜਿਹਨੂੰ ਅਸੀਂ ਪੂਰਵ ਬਾਲ ਅਵਸਥਾ ਕਹਿੰਦੇ ਹਾਂ। ਤੁਹਾਡੇ ਨੋਟਸ ਦੇ ਵਿੱਚ ਵੀ ਲਿਖ ਰੱਖਿਆ ਮੈਂ। ਜੇ ਤਾਂ ਅਰਲੀ ਚਾਈਲਡਹੁੱਡ ਹੈ ਤਾਂ ਪ੍ਰੈਫਰੈਂਸ ਦੇਣ ਦੀ ਕੋਸ਼ਿਸ਼ ਕਰੋ ਇਸ ਚੀਜ਼ ਨੂੰ, ਫਿਰ ਆ ਨਹੀਂ ਹੋਊਗਾ। ਜੇ ਮੰਨ ਲਓ ਆਹ ਅਵਸਥਾ ਨਹੀਂ ਦਿੱਤੀ, ਫਿਰ ਉਹਨਾਂ ਨੇ ਆਹ ਅਵਸਥਾ ਦਿੱਤੀ ਹੋਊਗੀ, ਕਿਉਂਕਿ ਜਿਹੜਾ ਚਾਈਲਡਹੁੱਡ ਹੈ ਉਹਦੇ ਵਿੱਚ ਹੀ ਅਰਲੀ ਚਾਈਲਡਹੁੱਡ ਆ ਜਾਂਦਾ ਜੀ। ਤੇ ਇਹ ਦੋਨੋਂ ਅਵਸਥਾਵਾਂ ਇੱਥੇ ਪੈਦਾ ਹੁੰਦੀਆਂ। ਔਡੀਪਸ ਦਾ ਮੀਨਿੰਗ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਲੀਅਰ ਹੈ ਸਾਰਿਆਂ ਨੂੰ, ਪਹਿਲਾਂ ਵੀ ਕਰਵਾਇਆ ਹੋਇਆ ਕਿ ਔਡੀਪਸ ਕੀ ਹੁੰਦਾ? ਲੜਕਿਆਂ ਦਾ ਆਪਣੀ ਮਾਂ ਪ੍ਰਤੀ ਪਿਆਰ ਦੀ ਭਾਵਨਾ ਦਾ ਪੈਦਾ ਹੋਣਾ ਹੁੰਦਾ। ਤੇ ਇਲੈਕਟਰਾ ਦਾ ਮੀਨਿੰਗ ਕੀ ਹੁੰਦਾ ਹੈ? ਜਿਹਦੇ ਲੜਕੀਆਂ ਦਾ ਆਪਣੇ ਪਿਤਾ ਪ੍ਰਤੀ ਓਪੋਜ਼ਿਟ ਇੰਟਰੈਕਸ਼ਨ ਹੁੰਦੀ ਹੈ ਜੀ ਇਹ, ਠੀਕ ਹੈ। ਇਹ ਦੋ ਚੀਜ਼ਾਂ ਹੈਗੀਆਂ, ਇੱਕ ਇਨਫੈਂਸੀ ਦੇ ਵਿੱਚ ਪੈਦਾ ਹੋ ਰਹੀ ਹੈ, ਇੱਕ ਚਾਈਲਡਹੁੱਡ ਦੇ ਵਿੱਚ ਪੈਦਾ ਹੋ ਰਹੀ ਹੈ। ਜਿਹੜੀ ਚਾਈਲਡਹੁੱਡ ਦੇ ਵਿੱਚ ਸੈਕਸ ਟੈਂਡੈਂਸੀ ਪੈਦਾ ਹੋ ਰਹੀ ਹੈ, ਇੱਕ ਓਪੋਜ਼ਿਟ ਇੰਟਰੈਕਸ਼ਨ ਹੋ ਰਿਹਾ, ਉਹਨੂੰ ਔਡੀਪਸ ਤੇ ਇਲੈਕਟਰਾ ਕੰਪਲੈਕਸ ਦਾ ਨਾਮ ਦਿੱਤਾ ਜਾਂਦਾ ਹੈ। ਹਾਂਜੀ, ਕਲੀਅਰ ਹੋ ਗਿਆ ਨਾ ਸਾਰਿਆਂ ਨੂੰ? ਇਹਨੂੰ ਸੈਕਸ ਟੈਂਡੈਂਸੀ ਦਾ ਨਾਮ ਦਿੱਤਾ ਜਾਂਦਾ ਹੈ। ਧੜ ਰਿਪਲਾਈ ਕਰਦਿਆ ਕਰੋ, ਕਿਉਂਕਿ ਨਾ ਉਹਦੇ ਨਾਲ ਮੈਨੂੰ ਐਂ ਲੱਗਦਾ ਰਹਿੰਦਾ ਵੀ ਹਾਂ ਤੁਸੀਂ ਐਕਟਿਵ ਬੈਠੇ ਹੋ ਸਾਰੇ। ਕਿਉਂਕਿ ਜਿਹੜਾ ਮੇਰੇ ਆਫਲਾਈਨ ਕਲਾਸ ਹੁੰਦਾ ਉਹਨੂੰ ਤਾਂ ਮੈਂ ਜਗਾ ਲੈਣਾ ਨਾਮ, ਉਹਦਾ ਨਾਮ ਲੈ ਕੇ ਜਦੋਂ ਨੀਂਦ ਆਉਂਦੀ ਉਹਨੂੰ, ਤੇ ਇੱਥੇ ਜਿਹੜੇ ਉਹਲੇ ਬੈਠੇ ਹੋ ਮੈਨੂੰ ਨਹੀਂ ਦਿਸਦੇ ਐ। ਇਸ ਕਰਕੇ ਬਟਨ ਤੇ ਨਾ ਹੱਥ ਮਾਰੀ ਚੱਲਿਆ ਕਰੋ ਨਾਲ ਦੀ ਨਾਲ, ਹਾਂਜੀ ਹਾਂਜੀ ਓਕੇ 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 ਓਕੇ। ਚਲੋ ਨੈਕਸਟ ਤੇ ਆਉਗੀ ਹੈ, ਹੁਣ ਹਿੱਲਿਆ ਥੋੜਾ ਜਿਹਾ, ਹਿੱਲ ਪਿਆ ਕਰੋ। ਉਹ ਤਾਂ ਕੋਈ ਨਹੀਂ, ਮੈਨੂੰ ਐ ਲੱਗਦਾ ਫਿਰ ਮੈਂ ਇਕੱਲਾ ਹੀ ਬੋਲੀ ਜਾਂਦਾ, ਕਿਤੇ ਕੰਧਾਂ ਨੂੰ ਪੜਾਈ ਜਾਂਦਾ ਇੱਥੇ ਖੜਾ। ਨੈਰਸਿਸਿਜ਼ਮ ਜ਼ਰੂਰ ਜੀ, ਨੈਰਸਿਸਿਜ਼ਮ ਇੰਪੋਰਟੈਂਟ ਹੈ। ਜਿਹੜਾ ਨੈਰਸਿਸਿਜ਼ਮ ਹੁੰਦਾ ਜੀ, ਇਹਨੂੰ ਸਵੈ ਪਿਆਰ ਦਾ ਕੰਸੈਪਟ ਕਹਿੰਦੇ ਆ। ਤੇ ਇਹ ਜਿਹੜਾ ਪੈਦਾ ਹੋਊਗਾ ਨਾ ਬੱਚੇ ਦੇ ਵਿੱਚ, ਇਨਫੈਂਸੀ ਪੀਰੀਅਡ 'ਚ ਹੀ ਪੈਦਾ ਹੁੰਦਾ। ਇੱਕ ਬੱਚੇ ਦੀ ਉਹ ਕਿਹੜੀ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਬੱਚੇ ਨੂੰ ਲੱਗਦਾ ਕਿ ਸਾਰੇ ਸਿਰਫ ਮੈਨੂੰ ਹੀ ਪਿਆਰ ਕਰਨ, ਕਿਸੇ ਹੋਰ ਨੂੰ ਨਾ ਕਰਨ।
ਇਹਨਾਂ ਦੇ ਵਿੱਚ ਗਰੋਥ ਐਂਡ ਡਿਵੈਲਪਮੈਂਟ ਦੋਨਾਂ ਦੇ ਹੀ ਕੰਬਾਈਨ ਆ ਜੀ। ਠੀਕ ਹੈ ਜੀ। ਨੈਰਸਿਸਿਜ਼ਮ ਸਵੈ ਪਿਆਰ, ਤੇ ਉੱਥੇ ਨਾ ਆਪਸ਼ਨ ਆਏ ਵੀ ਪਈ ਹੁੰਦੀ ਹੈ ਸੈਲਫ ਲਵ, ਤੇ ਉਹ ਗਲਤ ਹੋਊਗੀ। ਦੇਖਣ ਦੇ ਵਿੱਚ ਮੀਨਿੰਗ ਤਾਂ ਆਹੀ ਬਣਦਾ ਨਾ ਸੈਲਫ ਲਵ ਦਾ। ਕੁਐਸਚਨ ਸੀਗਾ ਇੱਕ ਬੱਚੇ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਵਿਰਤੀ ਹੁੰਦੀ ਹੈ ਜਦੋਂ ਸਾਰਿਆਂ ਦਾ ਪਿਆਰ ਆਪਣੇ ਲਈ ਚਾਹੁੰਦਾ, ਉਹਨੂੰ ਨੈਰਸਿਸਿਜ਼ਮ ਕਹਿੰਦੇ। ਤੇ ਉਹ ਜਦੋਂ ਪੈਦਾ ਹੋਊਗੀ ਉਹ ਇਨਫੈਂਸੀ ਜੀ ਪੈਦਾ ਹੋਊਗੀ ਜੀ। ਠੀਕ ਹੈ, ਇਨਫੈਂਸੀ ਪੀਰੀਅਡ ਦੇ ਵਿੱਚ ਹੀ ਬੱਚੇ ਨੂੰ ਇਹ ਹੁੰਦਾ ਕਿ ਸਾਰੇ ਮੈਨੂੰ ਪਿਆਰ ਕਰਨ। ਵੈਸੇ ਵੀ ਸਾਰੇ ਬੱਚੇ ਨੂੰ ਪਿਆਰ ਕਰਦੇ ਆ, ਚੱਕਦੇ ਕਰਦੇ ਆ, ਹਨਾ। ਜਦੋਂ ਬੱਚਾ ਕੁਝ ਖਰਾਬ ਕਰਦੇ ਫਿਰ ਸਾਰੇ ਆਵਾਜ਼ਾਂ ਮਾਰਦੇ ਇੱਕ ਦੂਜੇ ਨੂੰ, ਉਹਨੂੰ ਕਹਿੰਦੇ ਨੈਰਸਿਸਿਜ਼ਮ। ਨੈਰਸਿਸਿਜ਼ਮ ਦਾ ਮੀਨਿੰਗ ਹੁੰਦਾ ਸਵੈ ਪਿਆਰ। ਤਾਂ ਉਹ ਕਿਹੜੀ ਅਵਸਥਾ 'ਚ ਪੈਦਾ ਹੋਊਗਾ ਜੀ? ਇਸ ਤੋਂ ਵੱਧ ਨਹੀਂ ਗੱਲ ਕਰਨੀ ਆਪਾਂ ਇਹਦੇ ਬਾਰੇ। ਓਕੇ, ਤੁਹਾਨੂੰ ਵਰਡ ਮਿਲਦਾ ਨਾ, ਤੁਹਾਨੂੰ ਉਹਦਾ ਆਨਸਰ ਪਤਾ ਲੱਗ ਜੂਗਾ ਵੀ ਕੀ ਹੈ। ਓਕੇ, ਚਲੋ ਅੱਗੇ ਵਧਦੇ ਹਾਂ। ਕਾਫੀ ਚੀਜ਼ਾਂ ਪਈਆਂ ਸੀਗੀਆਂ ਵੈਸੇ, ਮੈਂ ਇਸ ਤੋਂ ਬਾਅਦ ਜੇ ਕੋਈ ਹੈਗਾ ਤਾਂ ਉਹ ਦੱਸ ਦਿਓ। ਨੈਕਸਟ ਕੋਈ ਕੀ ਆ ਰਿਹਾ ਤੁਹਾਡੇ ਕੋਲੇ? ਸਰ ਤੁਸੀਂ ਤਾਂ ਕੁਐਸਚਨ ਟੈਸਟ ਦੇ ਵਿੱਚ ਇਹਨਾਂ ਦੇ ਵਿੱਚ ਸਰ ਤੁਸੀਂ ਦਿੱਤਾ ਕੁਐਸਚਨ, ਹਾਂਜੀ ਟੈਸਟ ਦੇ ਵਿੱਚ ਕੁਐਸਚਨ ਹੈਗਾ ਜੀ, ਬਿਲਕੁਲ। ਰੈਪੀਟੀਸ਼ਨ, ਰੈਪੀਟੀਸ਼ਨ ਸਿੰਪਲ ਸਮਝ ਲਓ, ਰੈਪੀਟੀਸ਼ਨ ਦੁਹਰਾਈ ਹੁੰਦੀ ਹੈ। ਠੀਕ ਹੈ, ਬੱਚੇ ਦੁਆਰਾ ਕੋਈ ਚੀਜ਼ ਹੈ ਜਿਹੜੀ ਰਿਪੀਟ ਕੀਤੀ ਜਾਂਦੀ ਹੈ। ਆਪਾਂ ਸਿੰਪਲੀ ਇੱਕ ਦੋ ਵੈਸੇ ਡਿਸਕਸ ਕਰ ਲੈਂਦੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ। ਠੀਕ ਹੈ, ਰੈਪੀਟੀਸ਼ਨ ਕੀ ਹੁੰਦਾ? ਦੁਹਰਾਈ। ਤੇ ਦੁਹਰਾਈ ਕੀ ਹੁੰਦੀ ਹੈ? ਬੱਚੇ ਦੁਆਰਾ ਕਿਸੇ ਵੀ ਚੀਜ਼ ਨੂੰ ਵਾਰੀ-ਵਾਰੀ ਬੋਲਿਆ ਜਾਂਦਾ। ਜਾਂ ਮੈਂ ਇੱਕ ਕੁਐਸਚਨ ਇਹ ਲਿਖਵਾਇਆ ਸੀ ਤੁਹਾਨੂੰ ਵੀ 9 ਮਹੀਨੇ ਦਾ ਬੱਚਾ ਕਿਸੇ ਚੀਜ਼ ਨੂੰ ਵਾਰੀ-ਵਾਰੀ ਬੋਲਦਾ, ਉਹਨੂੰ ਈਕੋਲੇਲੀਆ ਦਾ ਨਾਮ ਦਿੱਤਾ ਜਾਂਦਾ। ਤੁਸੀਂ ਕੁਝ ਵੀ ਬੁਲਾਓਗੇ ਉਹਦੀ ਇੱਕੋ ਸ਼ਬਦ ਦੇ ਉੱਪਰ ਗਰਾਰੀ ਅੜ ਜਾਣੀ ਹੈ, ਈਕੋਲੇਲੀਆ ਕਹਿੰਦੇ ਆ ਉਹਨੂੰ। ਠੀਕ ਹੈ, ਰੈਪੀਟੇਸ਼ਨ ਮਤਲਬ ਦੁਹਰਾਈ ਹੈ ਜੀ, ਵੀ ਬੱਚੇ ਦੁਆਰਾ ਕਿਸੇ ਚੀਜ਼ ਨੂੰ ਵਾਰੀ-ਵਾਰੀ ਰਿਪੀਟ ਕਰਨਾ। ਸਿੰਪਲੀ ਪੜ੍ਹ ਸਕਦੇ ਹੋ, ਇਹਦੇ 'ਚ ਕੋਈ ਇੰਨਾ ਜ਼ਿਆਦਾ ਆਪਣਾ ਉਹ ਕੰਸੈਪਟ ਨਹੀਂ ਹੈਗਾ, ਮਤਲਬ ਡੂੰਘਾ ਕੰਸੈਪਟ ਜਿਹਨੂੰ ਅਸੀਂ ਕਹਿ ਲਈਏ। ਹਾਂ, ਡਿਪੈਂਡੈਂਸੀ ਹੈ ਜਿਹੜਾ, ਇਹ ਤੁਸੀਂ ਦੇਖੋ, ਡਿਪੈਂਡੈਂਸੀ ਹੁੰਦੀ ਹੈ ਨਿਰਭਰਤਾ। ਤੇ ਨਿਰਭਰਤਾ ਕਿੱਥੇ ਹੁੰਦੀ ਹੈ? ਜਦੋਂ ਬੱਚਾ ਸਭ ਤੋਂ ਜ਼ਿਆਦਾ ਨਿਰਭਰ ਕਿਹੜੀ ਅਵਸਥਾ 'ਚ ਹੁੰਦਾ? ਇਨਫੈਂਸੀ 'ਚ। ਉਹ ਕਿਹਦੇ ਉੱਪਰ ਹੋਏਗਾ ਜੀ? ਆਪਣੀ ਮਾਂ ਦੇ ਉੱਪਰ। ਕਿਉਂਕਿ ਸਭ ਤੋਂ ਜ਼ਿਆਦਾ ਬੱਚਾ ਨਿਰਭਰ ਕਿਹਦੇ ਦੇ ਉੱਪਰ ਹੈ? ਆਪਣੀ ਮਾਂ ਉੱਪਰ ਹੈ। ਕਿਉਂ? ਕਿਉਂਕਿ ਉਹਦੀ ਮਾਂ ਨੇ ਹੀ ਵੇਖਣਾ ਕਰਨਾ, ਉਹਨੂੰ ਸਾਰਾ ਸਾਂਭਣਾ ਕਰਨਾ। ਨਿਰਭਰ ਬੱਚਾ ਕਦੋਂ ਹੁੰਦਾ ਜ਼ਿਆਦਾ? ਤਾਂ ਉਹ ਇਨਫੈਂਸੀ ਪੀਰੀਅਡ ਦੇ ਵਿੱਚ ਹੋਊਗਾ। ਕਿਹਦੇ ਉੱਪਰ ਹੋਊਗਾ? ਆਪਣੀ ਮਦਰ ਉੱਪਰ ਹੀ ਹੋਊਗਾ। ਹਰ ਇੱਕ ਪ੍ਰੋਸੈਸ ਦੇ ਲਈ, ਹਰ ਇੱਕ ਐਕਟੀਵਿਟੀ ਲਈ ਬੱਚਾ ਮਾਂ ਉੱਪਰ ਨਿਰਭਰ ਹੈ ਜੀ। ਓਕੇ, ਤੇ ਜਦੋਂ ਬੱਚਾ ਚਾਈਲਡਹੁੱਡ ਅਵਸਥਾ ਦੇ ਵਿੱਚ ਆ ਜਾਂਦਾ ਹੈ, ਉਦੋਂ ਕੀ ਹੁੰਦਾ ਜੀ? ਬੱਚਾ ਆਪਣੇ ਤੇ ਨਿਰਭਰ ਹੋਣਾ ਸ਼ੁਰੂ ਹੋ ਜਾਂਦਾ ਜੀ। ਕਿਉਂ? ਕਿਉਂਕਿ ਬੱਚੇ ਦੁਆਰਾ ਸਕੂਲ ਲਈ ਖੁਦ ਤਿਆਰ ਹੋਣਾ, ਆਪਣੇ ਕੱਪੜੇ ਆਪ ਪਾਉਣੇ, ਆਪੇ ਖਾਣਾ ਖਾਣਾ, ਠੀਕ ਹੈ, ਇਹ ਚੀਜ਼ਾਂ ਖੁਦ ਕਰਨ ਲੱਗ ਪੈਂਦਾ। ਤਾਂ ਡਿਪੈਂਡੈਂਸੀ ਦਾ ਜਿਹੜਾ ਦੂਸਰਾ ਪ੍ਰੋਸੈਸ ਹੈ ਜਿੱਥੇ ਬੱਚਾ ਖੁਦ ਲਈ ਕੰਮ ਕਰਦਾ, ਉਹ ਚਾਈਲਡਹੁੱਡ ਹੁੰਦਾ। ਤੇ ਜਦੋਂ ਬੱਚਾ ਪੂਰੀ ਤਰ੍ਹਾਂ ਕਿਸੇ ਹੋਰ ਤੇ ਨਿਰਭਰ ਹੈ, ਉਹ ਕਿਹੜੀ ਅਵਸਥਾ ਹੁੰਦੀ ਹੈ? ਉਹ ਇਨਫੈਂਸੀ ਹੁੰਦੀ ਹੈ। ਤੇ ਪਰ ਉਹ ਹੁੰਦਾ ਕਿਹਦੇ ਉੱਪਰ ਹੈ ਜੀ? ਮਾਂ ਦੇ ਉੱਪਰ ਨਿਰਭਰ ਹੁੰਦਾ। ਓਕੇ, ਜਦੋਂ ਤੁਹਾਡੇ ਕੋਲੇ ਅਡੋਲੇਸੈਂਸ ਦਾ ਮੀਨਿੰਗ ਆ ਗਿਆ, ਤਾਂ ਅਡੋਲੇਸੈਂਸ ਦਾ ਕੁਐਸਚਨ ਕੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਬੱਚਾ ਕਿਸੇ ਹੋਰਾਂ ਤੇ ਨਿਰਭਰ ਰਹਿਣਾ ਸ਼ੁਰੂ ਕਰ ਦਿੰਦਾ, ਸਮਾਜ ਉੱਪਰ, ਈਸ਼ਵਰ ਦੇ ਵਿੱਚ, ਜਾਂ ਧਰਮ ਸੰਬੰਧੀ। ਠੀਕ ਹੈ, ਇਹ ਬੱਚਾ ਉਦੋਂ ਜਾਂਦਾ ਜਦੋਂ ਅਡੋਲੇਸੈਂਸ ਦੇ ਵਿੱਚ ਲੰਘਦਾ ਬੱਚਾ। ਜਦੋਂ ਬੱਚੇ ਦੇ ਪੇਪਰ ਉੱਪਰ ਦਿੱਤੇ ਹੁੰਦੇ ਨਾ, ਉਦੋਂ ਫਿਰ ਰੱਬ ਤੇ ਨਿਰਭਰ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਤੁਹਾਡੇ ਚੋਂ ਵੀ ਹੋਣਗੇ ਕਈ ਕਿ ਨਹੀਂ? ਠੀਕ ਹੈ, ਉਹ ਉਦੋਂ ਧਰਮ ਉੱਪਰ, ਈਸ਼ਵਰ ਉੱਪਰ, ਜਾਂ ਸਮਾਜ ਉੱਪਰ ਨਿਰਭਰ ਕਿਹੜੀ ਅਵਸਥਾ 'ਚ ਹੁੰਦਾ? ਉਹ ਕਿਸ਼ੋਰ ਅਵਸਥਾ 'ਚ ਹੁੰਦਾ ਜੀ। ਠੀਕ ਹੈ, ਜੇ ਮੈਂ ਆਪਾਂ ਗੱਲ ਕਰੀਏ ਕਿ ਜਿਹੜਾ ਆਹ ਪੀਰੀਅਡ ਹੈ ਇਨਫੈਂਸੀ ਪੀਰੀਅਡ ਦਾ, ਜਿਹੜਾ ਡਿਪੈਂਡੈਂਸੀ ਨਾਲ ਸੰਬੰਧਿਤ ਹੈ, ਇਹ ਐਰਿਕਸਨ ਦੀ ਕਿਹੜੀ ਸਟੇਜ ਨਾਲ ਹੋਊਗਾ? ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋ ਥੱਲੇ। ਠੀਕ ਹੈ, ਜੇ ਆਪਾਂ ਕਹੀਏ ਵੀ ਇੱਕ ਬੱਚਾ ਪੂਰੀ ਤਰ੍ਹਾਂ ਆਪਣੀ ਮਾਂ ਉੱਪਰ ਨਿਰਭਰ ਹੈ, ਜੇ ਆਪਾਂ ਇਹਨੂੰ ਐਰਿਕਸਨ ਦੇ ਸਿਧਾਂਤ ਵਿੱਚ ਲੈ ਕੇ ਜਾਈਏ, ਤਾਂ ਤੁਸੀਂ ਆਨਸਰ ਕੀ ਦੇ ਦਿਓਗੇ? ਕਿਹੜੀ ਸਟੇਜ ਦਾ ਨਾਮ ਆਊਗਾ? ਉਹ ਮੈਨੂੰ ਮੈਸੇਜ ਕਰਕੇ ਦੱਸ ਦਿਓ, ਪਤਾ ਲੱਗ ਜਾਊਗਾ ਵੀ ਤੁਸੀਂ ਪੜ੍ਹਦੇ ਪਏ ਹੋ ਕੁਛ। ਕਿਸੇ ਦਾ ਕਾਪੀ ਨਹੀਂ ਕਰਨਾ, ਆਪਦਾ ਦੱਸਣਾ, ਚਾਹੇ ਗਲਤ ਦੱਸਿਓ। ਇੱਕ ਮੈਸੇਜ ਆਇਆ ਮੈਨੂੰ ਹਜੇ, ਬਸ, ਬਾਕੀ ਇਹਨੂੰ ਪਤਾ ਨਹੀਂ। ਉਹਨੂੰ ਟਰਸਟ ਵਰਸਸ ਮਿਸਟਰਸਟ ਕਹਿੰਦੇ ਆ ਜੀ, ਕਿਉਂਕਿ ਬੱਚੇ ਨੂੰ ਵਿਸ਼ਵਾਸ ਹੁੰਦਾ ਜੀ। ਫਸਟ ਸਟੇਜ ਟਰਸਟ ਵਰਸਸ ਮਿਸਟਰਸਟ। ਹਾਂ, ਹੁਣ ਟਰਸਟ ਵਰਸਸ ਮਿਸਟਰਸਟ ਚੱਲ ਪਿਆ ਹੁਣ ਤਾਂ। ਠੀਕ ਹੈ ਨਾ, ਵੀ ਏਦਾਂ ਦੇ ਕੁਐਸਚਨ ਪੁੱਛੇ ਜਾ ਸਕਦੇ। ਓਕੇ, ਮੂਵ ਔਨ ਨੈਕਸਟ।
ਲਰਨਿੰਗ ਲਰਨਿੰਗ ਕਰ ਸਕਦੇ ਹੋ ਤੁਸੀਂ, ਸਿੰਪਲ ਹੈ ਜੀ। ਲਰਨਿੰਗ ਬੱਚਾ ਸਿੱਖਦਾ ਕਿਵੇਂ ਹੈ, ਹੁਣ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਸਟੇਜਾਂ ਸਿਖਾਏ ਜਾਂਦੇ, ਇਹ ਤੁਸੀਂ ਪੜ੍ਹ ਲਓਗੇ। ਜੇ ਫਿਰ ਵੀ ਕੋਈ ਪੁਆਇੰਟ ਨਹੀਂ ਪਤਾ ਲੱਗਦਾ ਮੈਨੂੰ ਦੱਸ ਦਿਓ, ਮੈਂ ਦੱਸ ਦਿੰਦਾ ਤੁਹਾਨੂੰ। ਬੱਚਾ ਕਿਵੇਂ ਸਿੱਖਦਾ, ਇਨਫੈਂਸੀ 'ਚ ਕਿਵੇਂ ਸਿੱਖਦਾ, ਫਿਰ ਚਾਈਲਡਹੁੱਡ 'ਚ ਕਿਵੇਂ ਸਿੱਖਦਾ, ਇਹ ਅਵਸਥਾਵਾਂ ਦੇਖ ਲਓ ਵੀ ਇਨਫੈਂਸੀ ਦੀਆਂ ਹੈਗੀਆਂ, ਇਨਫੈਂਸੀ ਚਾਈਲਡਹੁੱਡ ਦੇ ਉਹਦੀਆਂ ਹੈਗੀਆਂ ਕਿ ਨਹੀਂ ਹੈਗੀਆਂ। ਇਹ ਤਾਂ ਸਿੰਪਲ ਹੈ, ਲਰਨਿੰਗ ਤਾਂ ਸਿੱਧਾ ਪੜ੍ਹ ਕੇ ਪਤਾ ਲੱਗ ਜਾਏਗਾ, ਠੀਕ ਹੈ। ਫਿਰ ਵੀ ਮੈਨੂੰ ਇਹ ਸੀਗਾ ਵੀ ਕਾਫੀ ਲੈਂਥੀ ਹੈਗਾ, ਪਰ ਆਪਾਂ ਖਿੱਚ ਲਿਆ ਕੰਮ, ਠੀਕ ਹੈ। ਅੱਗੇ ਬੋਲੋ ਕੀ ਹੈ, ਹੋਰ ਕੋਈ ਹੈਗਾ ਇੰਪੋਰਟੈਂਟ ਦੱਸ ਦਿੰਦਾ, ਨਹੀਂ ਦੋਵੇਂ ਤਿੰਨੇ ਲਿਖ ਦਿਓ। ਹਾਂ, ਇੰਸਟਿੰਕਟਿਵ ਬਿਹੇਵੀਅਰ, ਹਾਂ ਇਹ ਕਰ ਸਕਦੇ ਹੋ ਤੁਸੀਂ, ਸਿੰਪਲ ਹੈ ਵੀ ਵੈਸੇ ਤਾਂ। ਇੰਸਟਿੰਕਟਿਵ ਬਿਹੇਵੀਅਰ ਜਿਹੜਾ ਇੰਸਟਿੰਕਟਿਵ ਬਿਹੇਵੀਅਰ ਹੈ, ਇਹ ਸਾਡੀਆਂ ਰੁਚੀਆਂ ਹੁੰਦੀਆਂ ਜੀ, ਹਨਾ। ਇਨਫੈਂਸੀ ਦੇ ਵਿੱਚ ਸਾਡੀਆਂ ਰੁਚੀਆਂ ਕਿਸ ਤਰੀਕੇ ਦੇ ਨਾਲ ਹੈ, ਚਾਈਲਡਹੁੱਡ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਹੈ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਅਡੋਲੈਸੈਂਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੈ। ਜਿਹੜੀ ਚੀਜ਼ ਰੁਚੀਆਂ ਹੁੰਦੀਆਂ ਸਾਡੀਆਂ ਰੁਚੀਆਂ, ਹੁਣ ਰੁਚੀਆਂ ਤੁਹਾਡੇ ਕੋਲ ਲਿਖੀਆਂ ਪਈਆਂ ਕਿਹੜੀਆਂ ਕਿਹੜੀਆਂ ਹੈਗੀਆਂ, ਹਨਾ। ਉਹੀ ਸੰਵੇਗਾਂ ਦੇ ਨਾਲ ਦੀ ਕੰਸੈਪਟ ਬਣ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਲਈ ਜਿੱਦ ਕਰਦੇ ਹਾਂ ਜਾਂ ਈਗੋ ਦਿਖਾਉਣੇ ਆ, ਤਾਂ ਉਹ ਇਨਫੈਂਸੀ ਪੀਰੀਅਡ ਹੁੰਦਾ ਹੈ। ਇਹ ਸਾਡੀਆਂ ਰੁਚੀਆਂ ਹੁੰਦੀਆਂ, ਸਾਡੇ ਸੰਵੇਗ ਹੀ ਹੁੰਦੇ ਆ, ਡਰਨਾ, ਰੋਣਾ, ਹੱਸਣਾ, ਹਨਾ, ਇਹ ਸਾਰੀਆਂ ਚੀਜ਼ਾਂ। ਤੇ ਜੇ ਇਹੀ ਚੀਜ਼ਾਂ ਜਦੋਂ ਅਸੀਂ ਇੱਥੇ ਪਹੁੰਚਦੇ ਨਾ, ਸਾਡੀਆਂ ਰੁਚੀਆਂ 'ਚ ਪਰਿਵਰਤਨ ਆ ਜਾਂਦਾ ਜੀ, ਬਦਲ ਜਾਂਦੀਆਂ। ਜੇ ਮੰਨ ਲਓ ਬੱਚਾ ਇੱਥੇ ਡਰਦਾ ਸੀ, ਰੋਂਦਾ ਸੀ, ਚਲਾਉਂਦਾ ਸੀ, ਇੱਥੇ ਬੱਚਾ ਘੱਟ ਕਰ ਦੂਗਾ ਜੀ, ਠੀਕ ਹੈ। ਤੇ ਜਦੋਂ ਅਸੀਂ ਅਡੋਲੈਸੈਂਸ ਦੇ ਪੀਰੀਅਡ 'ਚ ਪਹੁੰਚਾਂਗੇ, ਅਡੋਲੈਸੈਂਸ ਦੇ ਪੀਰੀਅਡ 'ਚ, ਅਡੋਲੈਸੈਂਸ ਦੇ ਵਿੱਚ ਕੀ ਆ, ਰੁਚੀਆਂ 'ਚ ਪਰਿਵਰਤਨ ਤਾਂ ਆਉਂਦਾ, ਪਰ ਪੱਕੇ ਤੌਰ ਤੇ ਆ ਜਾਂਦਾ ਜੀ, ਸਥਾਈ ਤੌਰ ਤੇ। ਉਹ ਜਿਹੜੀ ਚੀਜ਼ ਦੀ ਡਿਮਾਂਡ ਤੁਸੀਂ ਇਨਫੈਂਸੀ ਪੀਰੀਅਡ 'ਚ ਕਰਦੇ ਸੀਗੇ, ਘਰਦਿਆਂ ਤੋਂ ਮੰਗਦੇ ਸੀ, ਹਨਾ, ਕੁੱਟ ਵੀ ਖਾਧੀ ਹੋਊ, ਇੱਥੇ ਆ ਕੇ ਤੁਸੀਂ ਥੋੜਾ ਜਿਹਾ ਸਮਝ ਗਏ ਵੀ ਹਾਂ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇੱਥੇ ਆ ਕੇ ਜਮਾਂ ਹੀ ਸਮਝ ਜਾਂਦੇ ਹੋ। ਜਦੋਂ ਆਪ ਕਮਾ ਕੇ ਮੰਨ ਲਓ ਲੈਣੀ ਪੈਂਦੀ ਹੈ ਨਾ ਚੀਜ਼, ਉਹ ਆਹ ਪੀਰੀਅਡ ਹੁੰਦਾ, ਉਦੋਂ ਸਾਡੀਆਂ ਰੁਚੀਆਂ ਆਪਣੇ ਆਪ ਹੀ ਬਦਲ ਜਾਂਦੀਆਂ, ਠੀਕ ਹੈ। ਉਹ ਇੰਸਟਿੰਕਟ ਬਿਹੇਵੀਅਰ ਜਾਂ ਰੁਚੀਆਂ ਕਹਿੰਦੇ ਆ। ਸਿੰਪਲ ਆ ਕੰਸੈਪਟ, ਵੈਸੇ ਤੁਹਾਨੂੰ ਕਲੀਅਰ ਹੋ ਜਾਊਗਾ ਪੜ੍ਹ ਕੇ ਵੀ। ਓਕੇ ਹੈ, ਅੱਗੇ ਆ ਜਾਓ ਕੋਈ ਹੈਗਾ ਤਾਂ। ਲੈਕ ਆਫ ਮੋਰੈਲਿਟੀ, ਹਾਂ ਲੈਕ ਆਫ ਮੋਰੈਲਿਟੀ ਕੀ ਹੁੰਦੀ ਹੈ, ਬੱਚੇ 'ਚ ਨੈਤਿਕਤਾ ਦੀ ਕਮੀ ਹੁੰਦੀ ਹੈ ਜੀ। ਜਦੋਂ ਬੱਚਾ ਇਨਫੈਂਸੀ ਪੀਰੀਅਡ 'ਚ ਹੋਏਗਾ ਤਾਂ ਉਹ ਨਾ ਤਾਂ ਨੈਤਿਕ ਹੈ ਤੇ ਨਾ ਹੀ ਅਨੈਤਿਕ ਹੈ। ਉਹਨੂੰ ਉਸ ਬੱਚੇ ਨੂੰ ਪਤਾ ਹੀ ਨਹੀਂ ਮੋਰੈਲਿਟੀ ਕੀ ਹੁੰਦੀ ਹੈ ਜੀ। ਇਹ ਜੀਨ ਪੈਜੇ ਦੀ ਫਸਟ ਸਟੇਜ ਅਨੋਮੀ ਦਾ ਪਾਰਟ ਬਣ ਗਿਆ ਜੀ, ਠੀਕ ਹੈ। ਤੇ ਜਦੋਂ ਬੱਚਾ ਚਾਈਲਡਹੁੱਡ ਦੀ ਅਵਸਥਾ 'ਚ ਜਾਊਗਾ, ਉੱਥੇ ਉਹ ਆਪਣੇ ਹਮ ਉਮਰ ਸਾਥੀਆਂ ਦੇ ਵਿੱਚ ਮੰਨ ਲਓ ਨੈਤਿਕਤਾ ਦਿਖਾ ਵੀ ਸਕਦਾ, ਨਹੀਂ ਵੀ ਦਿਖਾ ਸਕਦਾ। ਪਰ ਇਹਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਪੋਰਸ਼ਨ ਹੈ ਨਾ, ਉਹ ਕਿਸ਼ੋਰ ਅਵਸਥਾ 'ਚ ਬਣ ਜਾਂਦਾ ਜਾ ਕੇ। ਕਿਸ਼ੋਰ ਅਵਸਥਾ 'ਚ ਕੀ ਹੈ, ਜੇ ਤਾਂ ਬੱਚੇ ਨੂੰ ਸਹੀ ਸੁਸਾਇਟੀ ਮਿਲਦੀ ਹੈ ਤਾਂ ਇਟ ਮੀਨਸ ਉਹਦੀ ਜਿਹੜੀ ਨੈਤਿਕਤਾ ਸ਼ੋਅ ਹੋਣ ਲੱਗ ਪੈਂਦੀ ਹੈ, ਪ੍ਰੋਪਰ ਲੱਗ ਪੈਂਦੀ ਹੈ। ਅਦਰਵਾਈਜ਼ ਜਦੋਂ ਕਿਸ਼ੋਰ ਅਵਸਥਾ 'ਚ ਪਹੁੰਚਦਾ, ਬੱਚੇ ਦੀ ਕੋਈ ਸੁਸਾਇਟੀ ਮਾੜੀ ਹੋ ਗਈ ਤਾਂ ਉਹਦੀ ਨੈਤਿਕਤਾ ਉਸੇ ਤਰੀਕੇ ਨਾਲ ਖਤਮ ਹੁੰਦੀ ਜਾਂਦੀ ਹੈ। ਉਹਨੂੰ ਨੈਤਿਕਤਾ ਦੀ ਕਮੀ ਜਾਂ ਲੈਕ ਆਫ ਮੋਰੈਲਿਟੀ ਦਾ ਨਾਮ ਦਿੱਤਾ ਜਾਂਦਾ, ਠੀਕ ਹੈ। ਇਹ ਚੀਜ਼ਾਂ ਹੈਗੀਆਂ, ਦੋ ਚਾਰ ਚੀਜ਼ਾਂ ਏਦਾਂ ਦੀਆਂ, ਜਿਵੇਂ ਮੈਂ ਤੁਹਾਨੂੰ ਓਵਰਵਿਊ ਜਾਂ ਦੱਸਦਾ ਇਹਦਾ। ਤੁਸੀਂ ਕੀ ਕਰਨਾ, ਇੱਕ ਤਾਂ ਫਿਜ਼ੀਕਲ ਡਿਵੈਲਪਮੈਂਟ ਹੈ ਜਿਹੜਾ, ਇੱਕ ਮੈਂਟਲ, ਇੱਕ ਸੋਸ਼ਲ, ਓਕੇ। ਫਿਰ ਨੈਰਸਿਸਿਜ਼ਮ ਦਾ ਤੁਹਾਨੂੰ ਮੀਨਿੰਗ ਪਤਾ ਹੀ ਹੈ, ਨੈਰਸਿਸਿਜ਼ਮ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲੇ ਆ ਗਿਆ ਸੀਗਾ ਲਰਨਿੰਗ, ਸਿੰਪਲ ਪੜ੍ਹ ਲਿਓ, ਲਰਨਿੰਗ ਹੋ ਗਈ, ਰੈਪੀਟੀਸ਼ਨ ਹੋ ਗਈ, ਸਿੰਪਲ। ਸੈਕਸ ਟੈਂਡੈਂਸੀ, ਠੀਕ ਹੈ। ਇਹ ਇਸ ਤਰ੍ਹਾਂ ਦੇ ਮੰਨ ਲਓ ਕਈ ਕੰਸੈਪਟ ਜਿਹੜੇ ਹੈਗੇ ਨਾ, ਮਤਲਬ ਇਹਨਾਂ ਨੂੰ ਥੋੜਾ ਧਿਆਨ 'ਚ ਰੱਖ ਕੇ ਪੜ੍ਹ ਲਿਓ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ, ਓਕੇ। ਇਹਦੇ ਨਾਲ ਤੁਹਾਡਾ ਗਰੋਥ ਐਂਡ ਡਿਵੈਲਪਮੈਂਟ ਦੀਆਂ ਸਾਰੀਆਂ ਸਟੇਜਾਂ ਕਵਰ ਅਪ ਹੋਣਗੀਆਂ। ਕਈਆਂ ਦੇ ਵਿੱਚ ਦੇਖੋ ਇਨਫੈਂਸੀ ਬਾਰੇ ਇਹ ਗੱਲ ਆ, ਕਈਆਂ 'ਚ ਚਾਈਲਡਹੁੱਡ ਦਿੱਤਾ ਹੋਇਆ, ਕਈਆਂ ਦੇ ਵਿੱਚ ਅਡੋਲੈਸੈਂਸ ਹੈ, ਤੇ ਕਈਆਂ ਦੇ ਵਿੱਚ ਤਿੰਨੇ ਕੰਸੈਪਟ ਤੋਂ ਇਲਾਵਾ ਸਿਰਫ ਇਨਫੈਂਸੀ ਦਿੱਤਾ ਹੋਇਆ ਜਾਂ ਕਲਰ ਅਡੋਲੈਸੈਂਸ ਦਿੱਤਾ ਹੋਇਆ। ਇਸ ਚੀਜ਼ ਦਾ ਧਿਆਨ ਰੱਖਿਓ, ਕਿਉਂਕਿ ਮੈਂਟਲ ਲੈਵਲ ਆ ਨਾ ਜਿਹੜਾ ਸਭ ਤੋਂ ਜ਼ਿਆਦਾ ਅਡੋਲੈਸੈਂਸ ਦੇ ਵਿੱਚ ਆ, ਜਿਹੜਾ ਫਿਜ਼ੀਕਲ ਡਿਵੈਲਪਮੈਂਟ ਆ ਉਹ ਤਿੰਨਾਂ ਦੇ ਵਿੱਚ ਹੀ ਦਿੱਤਾ ਹੋਇਆ, ਓਕੇ। ਇਹ ਆਪਣਾ ਚੈਪਟਰ ਸੀਗਾ ਜੀ, ਚਾਈਲਡ ਐਂਡ ਡਿਵੈਲਪਮੈਂਟ, ਸੌਰੀ ਗਰੋਥ ਐਂਡ ਡਿਵੈਲਪਮੈਂਟ। ਇੱਥੋਂ ਤੱਕ ਕਲੀਅਰ ਹੈ ਸਾਰਿਆਂ ਨੂੰ? ਓਕੇ, ਰਿਪਲਾਈ ਕਰੋ ਜਲਦੀ, ਫਿਰ ਆਪਾਂ ਇਹਨੂੰ ਨੈਕਸਟ ਕਰਦੇ ਹਾਂ, ਠੀਕ ਹੈ ਜੀ। ਐਨਸੀ ਇਹਦੇ ਆਪਾਂ
सिर्फ टू द पॉइंट क्वेश्चन की गल करांगे, इहनूं लेंथी नहीं लेके जावांगे, लेंथी तो बथेरा जिन्ना मर्जी पढ़ लीए। ਜਿਹੜੇ ਤੁਹਾਡੇ ਕੋਲ 30 ਸੈਟ ਵਾਲਾ ਉਹਦੇ ਵਿੱਚ ਸਟਾਰਟਿੰਗ ਦੇ ਵਿੱਚ ਐਨਸੀਐਫ ਦੇ ਕੁਝ ਕੁਐਸਚਨ ਲੱਗੇ ਹੋਏ ਆ, ਠੀਕ ਹੈ। ਐਨਸੀਐਫ ਨੈਸ਼ਨਲ ਕਰਿਕੂਲਮ ਫਰੇਮਵਰਕ, ਕਈ ਵਾਰੀ ਫੁੱਲ ਫਾਰਮ ਹੀ ਪੁੱਛੀ ਜਾ ਸਕਦੀ ਹੈ। ਰਾਸ਼ਟਰੀ ਪਾਠਕ੍ਰਮ ਨੀਤੀ ਇਹਨੂੰ ਕਿਹਾ ਜਾਂਦਾ ਜੀ, ਰਾਸ਼ਟਰੀ ਪਾਠਕ੍ਰਮ ਨੀਤੀ। ਤੇ ਜਿਹੜੇ ਹਿੰਦੀ ਵਾਲੇ ਪਾਠ्यक्रम ਕਰ ਲਓ ਵੀ, ਠੀਕ ਹੈ। ਰਾਸ਼ਟਰੀ ਪਾਠਕ੍ਰਮ ਨੀਤੀ ਕਹਿ ਦਿੰਦੇ ਆ ਜਾਂ ਫਰੇਮਵਰਕ ਬੋਲ ਦਿੰਦੇ ਆ, ਠੀਕ ਹੈ। ਇੱਕ ਮਤਲਬ ਪਾਠਕ੍ਰਮ ਦਾ ਕੋਈ ਫਰੇਮਵਰਕ ਤਿਆਰ ਕੀਤਾ ਜਾਂਦਾ ਹੈ, ਇੱਕ ਫਰੇਮ ਕੀਤਾ ਜਾਂਦਾ ਤਿਆਰ, ਉਹਦੇ ਅਕੋਰਡਿੰਗ ਸਾਡਾ ਪਾਠਕ੍ਰਮ ਚੱਲਦਾ, ਜਿਹਨੂੰ ਅਸੀਂ ਕਰਿਕੂਲਮ ਬੋਲਦੇ ਹਾਂ। ਤੇ ਹੁਣ ਦੇਖੋ ਜਿਹੜਾ ਕਰਿਕੂਲਮ ਹੈ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ, ਪਹਿਲਾ ਕੁਐਸਚਨ ਹੀ ਬਣ ਜੂਗਾ ਜੀ ਤੁਹਾਡੇ ਕੋਲੇ, ਉਹ ਤੋਂ ਜਿਹੜਾ ਕਰਿਕੂਲਮ ਆ ਫਲੈਕਸੀਬਲ ਹੋਵੇ ਜੀ, ਲਚਕੀਲਾ ਹੋਣਾ ਚਾਹੀਦਾ। ਲਚਕੀਲਾ ਮੀਨਸ ਸਮੇਂ ਤੇ ਇਹਨੂੰ ਅਸੀਂ ਚੇਂਜ ਕਰ ਸਕੀਏ, ਮੋਡੀਫਾਈ ਕਰ ਸਕੀਏ। ਦੈਟ ਸ਼ੁੱਡ ਨਾਟ ਬੀ ਰਿਜਿਡ, ਇਹ ਰਿਜਿਡ ਨਹੀਂ ਹੋਣਾ ਚਾਹੀਦਾ, ਮਤਲਬ ਜਿਹੜਾ ਕਠੋਰ ਹੋਵੇ, ਜਿਹਨੂੰ ਬਦਲਿਆ ਨਾ ਜਾ ਸਕਦਾ ਹੋਵੇ। ਤੇ ਜਿਹੜੀ ਇਹ ਐਨਸੀਐਫ ਚੱਲਦੀ ਪਈ ਹੈ, ਠੀਕ ਹੈ, ਇਹ ਐਨਸੀਐਫ ਸਾਡੇ ਕੋਲੇ 4th ਐਨਸੀਐਫ ਆ ਜੀ, ਚੌਥਾ ਐਨਸੀਐਫ ਆ। ਇਸ ਤੋਂ ਪਹਿਲਾਂ 3 ਐਨਸੀਐਫ ਆ ਚੁੱਕੇ ਆ, ਤੇ ਜਿਹੜੇ ਉਹ 3 ਐਨਸੀਐਫ ਆ ਚੁੱਕੇ ਆ ਉਹ 1975 ਦੇ ਵਿੱਚ, 1988, ਓਕੇ, ਉਸ ਤੋਂ ਬਾਅਦ 2000 ਦੇ ਵਿੱਚ, ਤੇ ਜਿਹੜਾ ਲਾਸਟ ਸਾਡੇ ਕੋਲੇ ਐਟ ਪ੍ਰੈਜ਼ੈਂਟ ਹੈ ਜੀ ਉਹ ਹੈਗਾ 2005। ਇਹ 4 ਐਨਸੀਐਫ ਆ ਜੀ, ਠੀਕ ਹੈ। ਐਨਸੀਐਫ ਦਾ ਪੀਰੀਅਡ ਹੈ। ਤੇ ਜੇ ਅਸੀਂ ਇਹ ਸਿੰਪਲ ਕੁਐਸਚਨ ਵਿੱਚ ਇਹ ਚੀਜ਼ ਦੇਖੀਏ ਕਿ ਐਨਸੀਐਫ ਦਾ ਮੇਨ ਮਕਸਦ ਕੀ ਹੈ ਜੀ, ਵੀ ਐਨਸੀਐਫ ਕਿਉਂ ਲਿਆਂਦਾ ਗਿਆ, ਕਿਸ ਚੀਜ਼, ਦੇਖੋ ਇੱਥੇ ਕਰਿਕੂਲਮ ਸ਼ਬਦ ਆ ਰਿਹਾ ਤਾਂ ਸਮਝ ਲਓ ਵੀ ਜਿਹੜਾ ਐਨਸੀਐਫ ਹੈ ਸਭ ਤੋਂ ਜ਼ਿਆਦਾ ਕੰਮ ਕਿਹਦੇ ਉੱਪਰ ਕੀਤਾ ਜੀ, ਬੱਚਿਆਂ ਦੇ ਪਾਠਕ੍ਰਮ ਦੇ ਉੱਪਰ ਹੀ ਕੰਮ ਕੀਤਾ ਜਾਊਗਾ, ਠੀਕ ਹੈ। ਐਨਸੀਐਫ ਰਿਪੀਟ ਕਰੋ ਪਲੀਜ਼। ਹਾਂਜੀ, ਰਿਪੀਟ ਹੀ ਕਰ ਰਹੇ ਸਾਰੀ ਚੀਜ਼। ਐਨਸੀਐਫ ਨੈਸ਼ਨਲ ਕਰਿਕੂਲਮ ਫਰੇਮਵਰਕ 2005, ਰਾਸ਼ਟਰੀ ਪਾਠਕ੍ਰਮ ਫਰੇਮਵਰਕ ਜਾਂ ਨੀਤੀ ਬੋਲਦੇ ਆ। that is the flexible, ਇਹ ਲਚਕੀਲਾ ਹੋਣਾ ਚਾਹੀਦਾ ਹੈ, that should not be rigid, ਕਠੋਰ ਨਾ ਹੋਵੇ ਜੀ, ਠੀਕ ਹੈ। ਲਚਕੀਲਾ ਹੋਊਗਾ ਪਾਠਕ੍ਰਮ, ਬੱਚਿਆਂ ਦੇ ਜਲਦੀ ਸਮਝ ਆਊਗਾ। ਪਾਠਕ੍ਰਮ ਦਾ ਮਕਸਦ ਹੀ ਕੀ ਹੁੰਦਾ ਜੀ, ਪਾਠਕ੍ਰਮ ਏਦਾਂ ਦਾ ਹੁੰਦਾ ਕਿ ਜਿਹਦੇ ਵਿੱਚ ਸਾਰੀਆਂ ਮਤਲਬ ਸਟ੍ਰੈਟਜੀਜ਼ ਬਣਾਈਆਂ ਹੋਣ ਕਿ ਬੱਚਿਆਂ ਨੂੰ ਕਿਹੜੀ ਐਜੂਕੇਸ਼ਨ ਕਿਵੇਂ ਦੇਣੀ ਹੈ, ਪਹਿਲਾਂ ਕੀ ਦੇਣਾ, ਕਿਸ ਤਰੀਕੇ ਦੇ ਨਾਲ ਦੇਣੀ ਹੈ, ਠੀਕ ਹੈ। ਉਹ ਸਾਰਾ ਪਾਠਕ੍ਰਮ ਦਾ ਪੋਰਸ਼ਨ ਹੁੰਦਾ। ਤੇ ਉਹ ਜੇ ਮੰਨ ਲਓ ਆਪਾਂ ਕਹਿ ਲਈਏ ਵੀ ਈਜ਼ੀ ਹੋਏਗਾ ਤਾਂ ਫਿਰ ਬੱਚਿਆਂ ਦੀ ਸਮਝ ਵੀ ਜਲਦੀ ਆਏਗਾ, ਟੀਚਰ ਵੀ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਕਰਵਾਏਗਾ, ਠੀਕ ਹੈ। ਇਹ ਉਹ ਚੀਜ਼ ਹੈ, ਇਹਨੇ ਜਿਹੜਾ ਸਾਰਾ ਕੰਮ ਕੀਤਾ ਇਸ ਚੀਜ਼ ਦੇ ਉੱਪਰ ਕੀਤਾ, ਇਹ ਦੈਟ ਇਜ਼ ਦਾ 4th, ਇਹ ਚੌਥਾ ਐਨਸੀਐਫ ਹੈ ਜੀ। ਇਸ ਤੋਂ ਪਹਿਲਾਂ 1975, 1988, 2000 ਤੇ ਹੁਣ ਉਹ ਜਿਹੜਾ ਹੈਗਾ 2005 ਵਾਲਾ ਐਨਸੀਐਫ ਹੈ। ਇਸੇ ਕਰਕੇ ਤੁਸੀਂ ਇਹ ਦੇਖੋ ਜਿੰਨੇ ਕੁਐਸਚਨ ਤੁਸੀਂ ਹੁਣ ਤੱਕ ਪੜ੍ਹੇ ਹੋਣਗੇ ਨਾ, ਤੁਸੀਂ ਸਾਰਿਆਂ ਨੇ ਇਹ ਕੁਐਸਚਨ ਇੰਨਾ ਪੜ੍ਹਿਆ ਹੋਇਆ ਕਿ ਐਨਸੀਐਫ 2005 ਕੀ ਹੈ, ਤੁਸੀਂ ਦੱਸ ਦਿੰਦੇ ਹੋ ਨੈਸ਼ਨਲ ਕਰਿਕੂਲਮ ਫਰੇਮਵਰਕ, ਬਸ ਆ ਹੋ ਗਿਆ ਜੀ ਐਨਸੀਐਫ। ਪਰ ਹੁਣ ਇਹਦੇ ਐਨਸੀਐਫ ਇੱਕ ਬਣਿਆ ਕਿਉਂ ਆ, ਕਿਸ ਚੀਜ਼ ਦੇ ਲਈ ਸੀਗਾ, ਕਿਵੇਂ ਸੀਗਾ, ਉਹਦੇ ਬਾਰੇ ਗੱਲ ਕਰਦੇ ਆ। ਆਈ ਐਮ ਬੈਕ। ਗੱਲ ਚੱਲਦੀ ਪਈ ਸੀ ਆਪਣੇ ਕੋਲੇ ਐਨਸੀਐਫ ਦੀ, ਸਰ ਨੈਸ਼ਨਲ ਕੋ ਕਰਿਕੂਲਮ ਫਰੇਮਵਰਕ ਔਰ ਨੈਸ਼ਨਲ ਕਰਿਕੂਲਮ ਫਰੇਮਵਰਕ। ਹਾਂਜੀ ਜ਼ਰੂਰ ਗੱਲ ਕਰਦੇ ਹਾਂ ਆਪਾਂ ਦੋਨਾਂ ਚੀਜ਼ਾਂ ਦੀ। ਹਾਂਜੀ ਆਹ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੋਗੀ। ਹੁਣ ਜਿਹੜਾ ਐਨਸੀਐਫ ਆ ਇਹ ਕਿਸ ਚੀਜ਼ ਦੇ ਉੱਪਰ ਕੰਮ ਕਰਦਾ ਹੈ, ਜਾਂ ਇਸ ਤੋਂ ਪਹਿਲਾਂ ਕੁਐਸਚਨ ਇਹ ਸੁਣ ਲਓ ਕਿ ਇਹ ਜਿਹੜਾ ਐਨਸੀਐਫ ਸਟਾਰਟ ਹੁੰਦਾ ਜੀ ਕਿਸ ਚੀਜ਼ ਨਾਲ ਹੁੰਦਾ। ਜੇ ਤੁਹਾਨੂੰ ਪੁੱਛਿਆ ਜਾਵੇ ਐਨਸੀਐਫ ਕਿਸ ਚੀਜ਼ ਦੇ ਨਾਲ ਸਟਾਰਟ ਹੁੰਦਾ ਤਾਂ ਐਨਸੀਐਫ ਸਟਾਰਟ ਹੁੰਦਾ ਰਵਿੰਦਰਨਾਥ ਟੈਗੋਰ ਦੇ ਐਸੇ ਦੇ ਨਾਲ। ਉਹਦਾ ਇੱਕ ਐਸੇ ਹੈ ਜੀ, ਰਵਿੰਦਰਨਾਥ ਟੈਗੋਰ ਦਾ ਐਸੇ, ਉਹਦੇ ਨਾਲ ਸਟਾਰਟ ਹੁੰਦਾ ਜੀ। ਉਹਦਾ ਨਾਮ ਹੈਗਾ ਸਿਵਲਾਈਜੇਸ਼ਨ ਐਂਡ ਪ੍ਰੋਗਰੈਸ। ਸਿਵਲਾਈਜੇਸ਼ਨ ਐਂਡ ਪ੍ਰੋਗਰੈਸ। ਥੋੜਾ ਕਲੀਅਰ ਕਰਦਾ ਤੁਹਾਨੂੰ ਸਾਰਿਆਂ ਨੂੰ। ਇਹ ਸਟਾਰਟ ਹੁੰਦਾ, ਇੱਕ ਨਿਬੰਧ ਲਿਖਿਆ ਜਾਂਦਾ ਕਈ ਵਾਰੀ, ਕਹਿੰਦੇ ਵੀ ਕਿਸ ਨਿਬੰਧ ਨਾਲ ਸ਼ੁਰੂ ਹੁੰਦਾ ਇਹ, ਸਿਵਲਾਈਜੇਸ਼ਨ ਐਂਡ ਪ੍ਰੋਗਰੈਸ। ਇਹ ਇਸ ਚੀਜ਼ ਨਾਲ ਸ਼ੁਰੂ ਹੁੰਦਾ ਜੀ, ਠੀਕ ਹੈ। ਇਹ ਜਿਹੜਾ ਚੀਜ਼ ਸ਼ੁਰੂ ਹੁੰਦੀ ਹੈ ਇਹ ਦੋ ਐਲੀਮੈਂਟਸ ਦੇ ਉੱਪਰ ਕੰਮ ਕਰਦੀ ਹੈ, ਵੀ ਇਹਦੇ ਵਿੱਚ ਦੋ ਐਲੀਮੈਂਟਸ ਕੰਮ ਕਰਦੇ ਆ, ਉਹ ਕਿਹੜੇ ਕਿਹੜੇ ਆ, ਠੀਕ ਹੈ। ਹੁਣ ਇਹ ਐਲੀਮੈਂਟਸ ਤੋਂ ਤੁਹਾਨੂੰ ਪਤਾ ਲੱਗ ਜੂਗਾ ਕੀ ਚੀਜ਼ ਹੈ। ਇੱਕ ਤਾਂ ਹੈਗਾ ਜੀ ਆਪਣੇ ਕੋਲੇ ਕ੍ਰੀਏਟਿਵ ਸਪਿਰਿਟ, ਕ੍ਰੀਏਟਿਵ ਸਪਿਰਿਟ ਓਕੇ ਹੈ। ਇਹ ਉਸ ਤੋਂ ਬਾਅਦ ਹੈਗਾ ਜੈਨਰਸ ਜੋਏ,
क्रिएटिव मीनस बच्चा क्रिएटिव होगा तो काफी सारी चीजा करूगा, बहुत वधिया तरीके दे नाल करूगा। जेनरस मतलब खुशी खुशी करूगा उस चीज को। इसे करके जिहड़े आ दो चीज़ां सिविलाइजेशन है प्रोग्रेस दे विच इन्हां दी गल कीती गई है। तो ये जिहड़ा एनसीएफ स्टार्ट हुंदा जी ये लेख नाल जां एसे नाल जां निबंध नाल शुरू हुंदा है। किहदे नाल? ओनू असीं रविंद्रनाथ टैगोर दे। ओके, तो ये जिहड़े दो एलीमेंट काम करदे वो किहड़े क्रिएटिव स्पिरिट जे मान लो अगे पूछे भी जाण तां ठीक है, नहीं तो तुहानूं क्वेश्चन दा सिंपल आंसर आ बन सकदा है भी सिविलाइजेशन एंड प्रोग्रेस किस चीज दे विच ऐड कीता गया। तो वो जिहड़ी चीज बनेगी वो तुहाडे कोल होएगी एनसीएफ, नेशनल करिकुलम फ्रेमवर्क कहा जाऊगा। ओके, क्लीयर है। दैन हुण उस तो बाद इहदे पिछे काम करन दा मकसद की सीगा जी, एनसीएफ नूं क्यों लिआंदा गया? इहदे पिछे दो चीज़ां काम करदियां सी। एक तुसीं नाम सुनिया होएगा एनपीई 1986, नेशनल एजुकेशन नेशनल पॉलिसी ऑफ एजुकेशन सॉरी राष्ट्रीय शिक्षा नीति बोलती है जी 1986 ਦੇ ਵਿੱਚ ਲਿਆਂਦੀ गई है। फिर उस तो बाद एक चीज होर आई सीगी ठीक है, जिन्हों ये कहा गया सीगा लर्निंग विदाउट बर्डन, जिन्हों असीं बोलते हैं सिक्ख्या बिना बोझ दे। ये क्वेश्चन ना 2018 के पेपर च आ चुके हैं, समझ लग रही है ना? दसी चलो मैनू थले थोड़ा जा। ओके, लर्निंग विदाउट बर्डन, सिक्ख्या बिना बोझ दे ते एनपीई, इन्हां दोनों के कंसैप्ट उपर ही आ चीज नूं जिहड़ा रेडी किया गया है। ठीक है, इन्हां दोनों के उपर ये चीज वर्क करती पई है। दैन लर्निंग विदाउट बर्डन, सिक्ख्या बिना बोझ दे, ये जिहड़ा सिद्धांत दिता गया सीगा ये प्रोफैसर यशपाल द्वारा दिता गया सीगा, प्रोफैसर यशपाल कमेटी द्वारा। जां तां वर्डिंग एक होर दसदा तुहानूं जां उत्थे ये लिखिया जावे कि बच्चे दे बस्ते दा भार घट करन दी सिफारिश किहदे द्वारा की गई है? आ पिया तुहाडे क्वेश्चन दा आंसर जी, ये बनूगा प्रोफैसर यशपाल कमेटी है। क्योंकि देखो जो सिक्ख्या बिना बोझ दे गया उन्होंने तो इट मीन बच्चे के बस्ते का भार भी सही होना चाहिए। फिर नैशनल पॉलिसी ऑफ एजुकेशन भी राष्ट्रीय शिक्षा नीति के विच पाठक्रम किदां दा होवे, इन्हां दोनों चीज़ों का जिहड़ा निचोड़ है ना इहदे विच कढ़ता ही लिया वो नैशनल करिकुलम फ्रेमवर्क बनाया गया। इसे करके इस फ्रेमवर्क को फ्लैक्सीबल कहा गया है, ये जिहड़ा पाठक्रम है ना ने फ्लैक्सीबल होना चाहिए, रिजिड नहीं होना चाहिए जी। एनपीई है जी, नेशनल पॉलिसी ऑफ एजुकेशन है, नेशनल पॉलिसी ऑफ एजुकेशन, एनईपी नहीं। ओके, एनपीई नेशनल पॉलिसी ऑफ एजुकेशन 1986 तो ये आई सी राजीव गांधी के समय आई सी जी, राजीव गांधी की सरकार समय जी पॉलिसी लिया गई। देखो आ चीज़ा दोनों क्लियर, इनू ध्यान ना कर लो जी इस चीज को, क्योंकि पिछले 2018 के पेपर च पिया सीगा क्वेश्चन, सिक्ख्या बिना बोझ दे जां बच्चे दे बस्ते का भार घटाउण दी सिफारिश की गई है। प्रोफैसर यशपाल कमेटी इन्हें आपकी रिपोर्ट पेश की थी 1993 1993 दे विच इहदी रिपोर्ट पेश की गई है। जिहड़ा काम इन्होंने इत्थे करता वो चक के एनसीएफ का पार्ट बन गया। ठीक है जी, ये चीज़ां मेन हैगियां। ते इहदे लई एनसीएफ दे लई जे तुहानूं आइडियल टाइम पीरियड पूछा जाऊगा, एक आइडियल टाइम कितना होना चाहिए टीचर के लिए, तो 35 मिनट होने चाहिए। 35 मिनट का मतलब कह लो लैक्चर बनना चाहिए, 35-40 मिनट मैक्सीमम होंगे जी। ठीक है, 35-40 तो बाद तो दिमाग होर पासे घूमन लग पैंदा बंदे का, है ना, उस बट्टे लैन लग पैंदे बंदे। पर आप इतने ऑफलाइन ऑनलाइन किन्ना चिर बैठना पैंदा आपां नूं, तो 35 एक आइडियल टाइम है अकॉर्डिंग टू एनसीएफ। वन मोर इंपॉर्टेंट क्वेश्चन, जिहड़ा सब तो इंपॉर्टेंट क्वेश्चन है इस चीज़ का, वो सुनो की है। जे तुहानूं ये पूछ लिया जाए कि एनसीएफ के अकॉर्डिंग एक टीचर की भूमिका की होंदी है, वट इज द रोल ऑफ द टीचर अकॉर्डिंग टू एनसीएफ 2005, एक टीचर की होना चाहिए, तो तुसी आंसर लभोगे एक टीचर मददगार होना चाहिए जी, फैसिलिटेटर होवे जी टीचर, इन्हों असीं मददगार कहते, इंग्लिश चा वर्ड मिलेगा ना। एक टीचर फैसिलिटेटर होना चाहिए कि बच्चे का मददगार बने टीचर, ये ना हो कि बच्चे नूं हर चीज नूं पुछण दे लई मान लो डरना पवे ना,
ਉਹ ਫੈਸਿਲਿਟੇਟਰ ਹੋਏਗਾ। ਆਪਸ਼ਨ ਦੇ ਵਿੱਚ ਐਡਮਿਨਿਸਟ੍ਰੇਟਰ ਆ ਗਿਆ, ਕੁਝ ਹੋਰ ਵਰਡ ਆ ਗਿਆ ਇਦਾਂ ਦਾ। ਜਦੋਂ ਫੈਸਿਲਿਟੇਟਰ ਹੋਇਆ ਨਾ ਤੁਹਾਡਾ ਇਹ ਆਨਸਰ ਬਣੂਗਾ ਜੀ ਐਨਸੀਐਫ ਦੇ ਅਕੋਰਡਿੰਗ। ਦੈਨ ਪੂਰਾ ਜਿਹੜਾ ਐਨਸੀਐਫ ਹੈ, ਠੀਕ ਹੈ, ਇਹ ਕੰਮ ਕਿਸ ਚੀਜ਼ ਦੇ ਉੱਪਰ ਕਰੇਗਾ, ਠੀਕ ਹੈ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਨੈਸ਼ਨਲ ਕਰਿਕੂਲਮ ਫਰੇਮਵਰਕ ਡਰਾਈਵਸ ਇਟਸ ਅੰਡਰਸਟੈਂਡਿੰਗ। ਜਦੋਂ ਮੰਨ ਲਓ ਕੁਐਸਚਨ ਪਿਆ ਨਾ ਤੁਹਾਡੇ ਕੋਲੇ ਵੀ ਐਨਸੀਐਫ 2005 ਦੇ ਅਕੋਰਡਿੰਗ ਡਰਾਈਵਸ ਇਟਸ ਅੰਡਰਸਟੈਂਡਿੰਗ, ਇਹਦੀ ਸਮਝ ਨੂੰ ਕਿਸ ਤਰੀਕੇ ਨਾਲ ਪਰਖਿਆ ਜਾ ਸਕਦਾ ਹੈ, ਤਾਂ ਤੁਹਾਡਾ ਆਨਸਰ ਹੋਏਗਾ ਜੀ ਕੰਸਟਰਕਟ ਵਿਜ਼ਮ, ਜਿਹਨੂੰ ਅਸੀਂ ਬੋਲਦੇ ਹਾਂ ਸੰਰਚਨਾਵਾਦ। ਕਿਉਂਕਿ ਜਿਹੜਾ ਐਨਸੀਐਫ ਹੈ ਉਹ ਬੱਚਿਆਂ ਨੂੰ ਪਾਠਕ੍ਰਮ ਦੇ ਅਕੋਰਡਿੰਗ ਇਸ ਤਰੀਕੇ ਨਾਲ ਤਿਆਰ ਕਰੂਗਾ ਕਿ ਬੱਚੇ ਸੰਰਚਨਾਵਾਦ ਦਾ ਹਿੱਸਾ ਬਣਨ, ਕੰਸਟਰਕਟ ਕਰਨ ਜੀ ਉਹਨਾਂ ਚੀਜ਼ਾਂ ਨੂੰ, ਸਿੱਖਣ ਬਾਅਦ ਦੇ ਵਿੱਚ ਆਪਣੇ ਆਪ ਉਹਨਾਂ ਦੀ ਰਚਨਾ ਕਰਕੇ ਵੇਖਣ। ਆਹ ਕੁਐਸਚਨ ਇੰਗਲਿਸ਼ 'ਚ ਬਣ ਸਕਦਾ ਜੀ, ਕਿਵੇਂ ਐਨਸੀਐਫ 2005 ਡਰਾਈਵਸ ਇਟਸ ਅੰਡਰਸਟੈਂਡਿੰਗ ਫਰੋਮ, ਆਨਸਰ ਹੋਏਗਾ ਜੀ ਕੰਸਟਰਕਟਿਵਿਜ਼ਮ ਹੋਣਾ ਚਾਹੀਦਾ ਜੀ, ਜਿਹਨੂੰ ਅਸੀਂ ਸੰਰਚਨਾਵਾਦ ਕਹਿੰਦੇ ਹਾਂ। ਠੀਕ ਹੈ, ਸੰਰਚਨਾਵਾਦ ਮਤਲਬ ਇੱਕ ਸੰਰਚਨਾ ਕੀਤੀ ਜਾਵੇ ਕਿਸੇ ਚੀਜ਼ ਦੀ ਸਿੱਖਣ ਦੇ ਲਈ। ਜਿਵੇਂ ਅਸੀਂ ਸਟਾਰਟਿੰਗ 'ਚ ਪੜ੍ਹਦੇ ਆ ਰਹੇ ਨਾ ਕਿ ਐਨਸੀਐਫ ਕਿਵੇਂ ਬਣਾਇਆ, ਜਾਂ ਮਤਲਬ ਕੀ ਆ, ਈਜ਼ੀ ਆ ਜਾਂ ਡਿਫੀਕਲਟ ਆ ਜਾਂ ਕੀ ਪਾਰਟ ਆ, ਇਹ ਉਹ ਚੀਜ਼ ਦੀ ਗੱਲ ਕਰਦੇ ਪਏ। ਓਕੇ, ਤੇ ਫਿਰ ਇੱਕ ਕੁਐਸਚਨ ਹੋਰ ਬਣਦਾ ਕਿ ਇਹਨੂੰ ਆਪਾਂ ਰੇਜ਼ ਕਰ ਦਿੰਦੇ ਜੀ, ਕੌਣ ਆ ਗਿਆ, ਹਾਂਜੀ, ਅਕੋਰਡਿੰਗ ਟੂ ਐਨਸੀਐਫ 2005, according to NCF 2005, learning is dash and dash ਕੀ ਹੋਣੀ ਚਾਹੀਦੀ ਹੈ। ਜਦੋਂ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਜਿਹੜੀ ਐਨਸੀਐਫ ਦੇ ਅਕੋਰਡਿੰਗ ਸਿੱਖਣਾ ਕੀ ਹੋਵੇਗਾ ਬੱਚੇ ਲਈ, ਇੱਕ ਤਾਂ ਐਕਟਿਵ ਹੋਵੇਗਾ ਤੇ ਇੱਕ ਸੋਸ਼ਲ ਹੋਵੇਗਾ। ਆ ਬਣਿਆ ਕਿਉਂ? ਕਿਉਂਕਿ ਬੱਚਾ ਐਨਸੀਐਫ ਦੇ ਅਕੋਰਡਿੰਗ ਜਦੋਂ ਸਿੱਖੂਗਾ ਐਕਟਿਵ ਤਾਂ ਹੋਣਾ ਹੀ ਪਊਗਾ, ਉਹਨੂੰ ਕਿਰਿਆ ਕਰੇਗਾ, ਐਕਟਿਵ ਹੋਏਗਾ ਤਾਂ ਹੀ ਸਮਾਜ ਦਾ ਹਿੱਸਾ ਬਣੇਗਾ ਜੀ ਜਾ ਕੇ ਉਹ। ਤਾਂ ਅਸੀਂ ਇਹ ਕਹਿ ਸਕਦੇ ਹਾਂ ਸਿੱਖਣਾ ਐਨਸੀਐਫ ਦੇ ਅਕੋਰਡਿੰਗ ਕੀ ਹੋਊਗਾ, ਕਿਰਿਆਸ਼ੀਲ ਹੋਊਗਾ ਤੇ ਸਮਾਜਿਕ ਹੋਊਗਾ ਜੀ। ਕਲੀਅਰ ਹੋ ਗਿਆ ਨਾ? ਠੀਕ ਹੈ, ਤਾਂ ਇਹ ਚੀਜ਼ ਹੈ। ਠੀਕ ਹੈ, ਇਹਦੇ ਨਾਲ ਗਾਈਡਿੰਗ ਪ੍ਰਿੰਸੀਪਲ ਹੈ, ਇਹਦੇ 5 ਗਾਈਡਿੰਗ ਪ੍ਰਿੰਸੀਪਲ ਹੈ, ਉਹ ਮੈਂ ਤੁਹਾਡੇ ਗਰੁੱਪ 'ਚ ਸ਼ੇਅਰ ਕਰ ਦੂੰਗਾ, ਤੁਸੀਂ ਜਸਟ ਉੱਥੋਂ ਦੇਖ ਲਿਓ, ਕਿਉਂਕਿ ਉਹ ਲਾਈਨਾਂ ਮੈਂ ਤੁਹਾਨੂੰ ਸਾਰੀਆਂ ਲਿਖਾਂਗੇ ਫਿਰ ਆਪਾਂ ਉਹਦਾ ਕਰਾਂਗੇ। ਠੀਕ ਹੈ, ਉਹ ਜਸਟ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗਾ। ਜਿਹੜੀ ਲਾਈਨ ਦਾ ਨਾ ਪਤਾ ਲੱਗਿਆ ਤੁਹਾਨੂੰ ਉਹ ਤੁਸੀਂ ਮੇਰੇ ਨਾਲ ਡਿਸਕਸ ਕਰ ਲਿਓ। ਠੀਕ ਹੈ, ਚਾਹੇ ਪਰਸਨਲੀ ਕਰ ਲਿਓ ਚਾਹੇ ਗਰੁੱਪ 'ਚ ਪੁੱਛ ਲਿਓ, ਮੈਂ ਤੁਹਾਨੂੰ ਸਾਰੀ ਚੀਜ਼ ਉੱਥੇ ਦੱਸ ਦੂੰਗਾ। ਤੇ ਜੇ ਤੁਹਾਨੂੰ ਗਾਈਡਿੰਗ ਪ੍ਰਿੰਸੀਪਲ ਦੇ ਵਿੱਚ ਇਹ ਪੁੱਛਿਆ ਜਾਊਗਾ ਵੀ ਇਹਦੇ ਗਾਈਡਿੰਗ ਪ੍ਰਿੰਸੀਪਲ ਕਿੰਨੇ, ਤਾਂ ਤੁਸੀਂ ਕਹੋਗੇ ਇਹਦੇ 5 ਗਾਈਡਿੰਗ ਪ੍ਰਿੰਸੀਪਲ ਹੈ ਜਿਨ੍ਹਾਂ ਸਿਧਾਂਤਾਂ ਦੇ ਉੱਪਰ ਇਹ ਕੰਮ ਕਰਦਾ ਹੈ। ਠੀਕ ਹੈ, ਬਸ ਆਹ ਮੇਨ ਚੀਜ਼ਾਂ ਹੈਗੀਆਂ, ਬਾਕੀ ਸਾਰੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਉਸ ਨੋਟਸ ਦੇ ਵਿੱਚ ਲੱਗੀ ਹੋਈ ਹੈ, ਕੁਐਸਚਨ ਉੱਥੇ ਲੱਗੇ ਹੋਏ ਹੈ, ਤਾਂ ਤੁਸੀਂ ਉੱਥੋਂ ਕੁਐਸਚਨ ਸਟੱਡੀ ਕਰ ਸਕਦੇ ਹੋ। ਠੀਕ ਹੈ, ਫਿਰ ਵੀ ਪੁੱਛਿਆ ਕਰੋ ਕਿਉਂਕਿ ਆਪਣੇ ਕੋਲ ਟਾਈਮ ਬਹੁਤ ਘੱਟ ਰਹਿ ਗਿਆ, ਪੇਪਰ ਤੁਹਾਡਾ ਫਰਾਈਡੇ ਨੂੰ ਆ। ਠੀਕ ਹੈ, ਜਿਹੜੇ 1-2 ਕਨਸੈਪਟ ਤੁਹਾਡੇ ਰਹਿੰਦੇ ਉਹ ਕਲੀਅਰ ਕਰਵਾ ਦਈਏ, ਕੋਸ਼ਿਸ਼ ਕਰਾਂਗੇ ਕੱਲ ਨੂੰ ਥੋੜਾ ਜਿਹਾ ਐਕਸਟਰਾ ਦੇ ਕੇ ਤੁਹਾਨੂੰ ਮੈਂ ਕਰਵਾ ਦਾਂ। ਫਿਰ ਵੀ ਕੋਈ ਚੀਜ਼ ਹੋਰ ਰਹਿੰਦੀ ਹੈ ਤਾਂ ਉਹ ਮੈਨੂੰ ਪੁੱਛੋ ਤੇ ਮੈਂ ਤੁਹਾਨੂੰ ਉਹ ਕਰਵਾ ਦਿੰਦਾ। ਠੀਕ ਹੈ ਜੀ।